जी दोस्तों, अज की जिहड़ी गलबात आ वो असी दो शख्सियतां दी गलबात लैके हाजिर हां। ते अज की गलबात दे विच साडे नाल मास्टर भजन सिंह ते उन्हां दे नाल मनजीत सिंह गिल गलबात करनगे। ते ये गलबात किसानी संघर्ष जो पंजाब विच चल रहा उहदे नाल संबंधित हैगी आ। उसका मुख कारण यह हैगा कि मनजीत सिंह गिल ਜਿਹੜੇ ਆ ਉਹ 70ਵਿਆਂ ਦੇ ਵਿੱਚ ਜਦੋਂ ਉਹ ਆਪਣੇ ਕਾਲਜ ਲਾਈਫ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਜੋ ਅੱਜ ਕਿਸਾਨੀ ਸੰਘਰਸ਼ ਲਈ ਮੁੱਖ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਜਿਹਨੂੰ BKU ਕਿਹਾ ਜਾਂਦਾ, ਜਿਹਦੀਆਂ ਅੱਜ ਬਹੁਤ ਸਾਰੀਆਂ ਬ੍ਰਾਂਚਾਂ ਪੰਜਾਬ ਦੇ ਵਿੱਚ ਹਨ ਜਾਂ ਪੰਜਾਬ ਤੋਂ ਬਾਹਰ ਬਾਕੀ ਇੰਡੀਆ ਦੇ ਵਿੱਚ 20 ਜਥੇਬੰਦੀਆਂ ਹਨ। ਉਹ ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਉਹਨੂੰ ਬਣਾਉਣ ਵਾਲੇ ਜਿਹੜੇ ਮੋਢੀ ਮੈਂਬਰ ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀਗੇ। ਉਹ ਜਨਰਲ ਸਕੱਤਰ ਵੀ ਰਹੇ ਤੇ ਹੋਰ ਅਹੁਦਿਆਂ ਤੇ ਵੀ ਉਹਨਾਂ ਨੇ ਕੰਮ ਕੀਤਾ। ਤੇ ਅੱਜ ਦੀ ਗੱਲਬਾਤ ਦੇ ਵਿੱਚ ਮਨਜੀਤ ਸਿੰਘ ਗਿੱਲ ਜੋ ਅੱਜ ਕੱਲ੍ਹ ਕੈਲਗਰੀ ਦੇ ਵਿੱਚ ਰਹਿ ਰਿਹਾ ਤੇ ਉਹ ਆਪਣੇ ਜੀਵਨ ਦੇ ਤਜਰਬੇ ਦੱਸਣਗੇ ਕਿ ਕਿਵੇਂ ਭਾਰਤੀ ਕਿਸਾਨ ਯੂਨੀਅਨ ਬਣਾਈ ਗਈ, ਉਸਦੇ ਕੀ ਕਾਰਨ ਸੀਗੇ। ਤੇ ਮਾਸਟਰ ਭਜਨ ਸਿੰਘ ਹੁਣੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਤੇ ਆਓ ਆਪਾਂ ਉਹਨਾਂ ਦੀ ਗੱਲਬਾਤ ਨੂੰ ਸੁਣਦੇ ਹਾਂ। ਥੈਂਕ ਯੂ। ਮਨਜੀਤ ਸਿੰਘ ਗਿੱਲ ਜੀ, ਅੱਜ ਆਪਾਂ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨ ਲੱਗੇ ਆ, ਕਿਉਂਕਿ ਤੁਸੀਂ ਜਦੋਂ ਜ਼ਿਮੀਂਦਾਰਾ ਯੂਨੀਅਨ 1971 ਵਿੱਚ ਉਹਦੇ ਬਾਨੀ ਮੈਂਬਰਾਂ ਚੋਂ ਇੱਕੋ ਤੇ ਉਹਦੇ ਵਿੱਚ ਤੁਸੀਂ ਪਹਿਲ ਕਦਮੀ ਕੀਤੀ ਸੀ। ਤੁਹਾਡੇ ਨਾਲ ਹੋਰ ਕੁਝ ਸਾਥੀ ਸੀ, ਕਿਉਂਕਿ ਤੁਹਾਨੂੰ ਕਾਲਜ ਟਾਈਮ ਤੋਂ ਤੇ ਜਿਹੜੀ ਆ ਚੇਤਨਤਾ ਸਮਾਜ ਪ੍ਰਤੀ ਸੀਗੀ, ਉਹਦੇ ਚੋਂ ਤੁਸੀਂ ਕਿਸਾਨੀ ਸਮੱਸਿਆਵਾਂ ਨੂੰ ਲੈ ਕੇ ਜਥੇਬੰਦੀ ਬਣਾਉਣ ਦਾ ਵਿਚਾਰ ਤੁਹਾਡੇ ਮਨ 'ਚ ਆਇਆ। ਇਹਦੇ ਬਾਰੇ ਸਾਨੂੰ ਸੰਖੇਪ ਜਾਣਕਾਰੀ ਦਿਓ। ਇਹ ਜੀ ਤਕਰੀਬਨ ਮਤਲਬ ਇਹ 71 ਦੀ ਗੱਲ ਆ। ਹਾਂਜੀ, ਮੈਂ ਉਦੋਂ ਸਟੂਡੈਂਟ ਹੀ ਸੀ, ਵੈਸੇ ਪੜ੍ਹ ਰਿਹਾ ਸੀ, ਮੈਂ MA ਕਰ ਰਿਹਾ ਸੀ। ਹਾਂਜੀ, ਤੇ ਅਸੀਂ ਸਾਡੇ ਪਿੰਡ 'ਚ ਨੌਜਵਾਨ ਸਭਾ ਬਣਾਈ ਸੀ, ਉਹਦੇ 'ਚ ਅਸੀਂ ਪਿੰਡ ਦੇ ਕਾਫੀ ਕੰਮ ਕਰੇ ਸੀ। ਹਾਂਜੀ, ਉਸ ਦੌਰਾਨ ਸਾਡੇ ਆਪ ਦੇ ਧੰਦੇ ਬਾਰੇ ਵੀ ਸਾਨੂੰ ਮਤਲਬ ਕਣਕਾਂ ਦੇ ਰੇਟ ਨਹੀਂ ਸੀ ਵੱਧ ਰਹੇ, ਉਹੀ 72-73 ਕਣਕ ਦਾ ਰੇਟ ਸੀ ਕੁਇੰਟਲ ਦਾ। ਹਾਂਜੀ, ਤੇ ਕੋਈ ਸਰਕਾਰ ਵਧਾ ਨਹੀਂ ਸੀ ਰਹੀ। ਹਾਂਜੀ, ਕਿਉਂਕਿ ਸਰਕਾਰੀ ਪਰਚੇਜ਼ ਤਾਂ ਹੁੰਦੀ ਸੀ। ਹਾਂਜੀ, ਤੇ ਕਿਸਾਨਾਂ ਦੀ ਹਾਲਤ ਬਦਲੀ ਹੁੰਦੀ ਜਾ ਰਹੀ ਸੀ। ਹਾਂਜੀ, ਤੇ ਬਾਕੀ ਸੀ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਯੂਨੀਅਨ ਦਾ ਮਾਹੌਲ ਹੈ ਨਹੀਂ ਸੀ। ਹਾਂਜੀ, ਸੀਗੀਆਂ ਕਮਿਊਨਿਸਟਾਂ ਦੀ ਸੀ। ਹਾਂਜੀ, ਕਿਸਾਨ ਸਭਾ ਵਗੈਰਾ, ਤੇ ਉਹਦਾ ਕਾਂਗਰਸ ਦੀ ਵੀ ਸੀ ਇੱਕ ਛੋਟੀ ਜੀ, ਪਰ ਉਹ ਨਾ ਮਾਤਰ ਦੀਆਂ ਯੂਨੀਅਨ ਸੀ। ਕਾਲੀ ਵੀ ਬਣਾਈ ਫਿਰਦੇ ਸੀ। ਹਾਂਜੀ, ਉਹ ਤਕਰੀਬਨ ਪਾਰਟੀਆਂ ਦੇ ਨਾਲ ਹੀ ਚੱਲਦੀਆਂ ਹੁੰਦੀਆਂ ਸੀ, ਕੋਈ ਲੋਕਾਂ ਦੇ ਮਸਲੇ ਨਹੀਂ ਸੀ ਉਠਾਉਂਦੀਆਂ। ਹਾਂਜੀ, ਕਿ ਸਾਡੇ ਉਸੇ ਟਾਈਮ 'ਚ ਇਹ ਗੱਲ ਮਿਲੀ ਕਿ ਐਸੀ ਯੂਨੀਅਨ ਬਣਨੀ ਚਾਹੀਦੀ ਹੈ ਜਿਹੜੀ ਕਿਸੇ ਪਾਰਟੀ ਨਾਲ ਕਨੈਕਟਡ ਨਾ ਹੋਵੇ। ਹਾਂਜੀ, ਤੇ ਅਸੀਂ ਪਿੰਡ ਦੇ 3-4 ਜਾਣੇ ਸੀ, ਅਸੀਂ ਉਹਨਾਂ ਦਾ ਸਾਡਾ ਆਪਸ ਵਿੱਚ ਇਸ ਗੱਲ ਦੀ ਹੋਈ, ਕਿਉਂਕਿ ਲੋਕ ਸਾਡੇ ਜਦ ਲੋਕਾਂ ਦੀ ਸਪੋਰਟ ਦੇਖੀ ਕੰਮ 'ਚ, ਜਿਹੜਾ ਅਸੀਂ ਕੰਮ ਕੀਤਾ ਪਿੰਡ ਦਾ ਨੌਜਵਾਨਾਂ ਵੱਲੋਂ ਬਹੁਤ ਸਪੋਰਟ ਮਿਲੀ। ਉਹਦੇ ਨਾਲ ਸਾਨੂੰ ਉਤਸ਼ਾਹ ਵੀ ਮਿਲਿਆ। ਤੇ ਅਸੀਂ ਫਿਰ ਜਿੰਨਾ ਸਾਡਾ ਸਰਕਲ ਬਣਿਆ ਪਿੰਡ 'ਚ ਤੇ ਸਾਡੇ 4 ਬੰਦੇ ਸੀ। ਤੇ ਇੱਕ ਬੰਦਾ ਸਾਡੇ ਨਾਲ ਮੇਲ ਹੁੰਦਾ ਸੀ। ਹਾਂਜੀ, ਤੇ ਇਹਨਾਂ ਦੇ ਮੈਂ ਨਾਮ ਵੀ ਦੱਸੂਗਾ। ਹਾਂਜੀ, ਤੇ ਬਾਕੀ 2-4 ਬੰਦੇ ਮੰਗਲੀ, ਅਸੀਂ ਪਹਿਲੀ ਮੀਟਿੰਗ ਰੱਖੀ ਸੀ ਮੰਗਲੀ ਬੇਟ। ਹਾਂਜੀ, ਜਿਹੜੀ ਮੁੱਤੇੜ ਕੋਲ ਪੈਂਦੀ ਆ। ਹਾਂਜੀ, ਤੇ ਉੱਥੇ ਮੀਟਿੰਗ ਹੋਈ ਤੇ ਫਿਰ ਉਦੋਂ ਬਾਅਦ ਅਸੀਂ ਪ੍ਰੋਗਰਾਮ ਬਣਾਇਆ ਵੀ ਅੱਗੇ ਵਧੀਏ। ਹਾਂਜੀ, ਤੇ ਉਹਨਾਂ ਦੇ ਵਿੱਚ ਇੱਕ ਤਾਂ ਮੈਂ ਸੀ ਮਨਜੀਤ ਸਿੰਘ। ਹਾਂਜੀ, ਤੇ ਦੂਜਾ ਸੀ ਹਰਚੰਦ ਸਿੰਘ, ਉਹ ਗਰੇਵਾਲ ਸੀਗੇ। ਹਾਂਜੀ, ਇੱਕ ਦੁਮਨ ਸਿੰਘ ਗਿੱਲ ਸੀ। ਹਾਂਜੀ, ਤੇ ਇੱਕ ਮੋਹਨ ਸਿੰਘ, ਉਹ ਮੇਲੋਂ ਪਿੰਡ ਦੇ ਸੀ। ਹਾਂਜੀ, ਤੇ ਬਾਕੀ ਮੰਗਲੀ ਦੇ ਬੰਦੇ ਸੀ, ਮੈਨੂੰ ਹੁਣ ਉਹਨਾਂ ਦਾ ਖਿਆਲ ਨਹੀਂ ਹੈ ਇਸ ਵੇਲੇ। ਹਾਂਜੀ, ਤੇ ਕਿਉਂਕਿ ਬਾਅਦ 'ਚ ਜ਼ਿਆਦਾ ਮਿਲੇ ਵੀ ਨਹੀਂ ਉਹ, ਜਾਂ ਫਿਰ
ਛੱਡ ਗਏ ਜਾਂ ਐਕਟਿਵ ਨਹੀਂ ਰਹੇ। ਇਹ ਬਲਬੀਰ ਸਿੰਘ ਰਾਜੇਵਾਲ ਹਾਂ, ਜਾਂ ਲੱਖੋਵਾਲ ਵਗੈਰਾ ਲੱਖੋਵਾਲ ਦਾ ਤੁਹਾਡੇ? ਬਹੁਤ ਬਾਅਦ ਚ ਜਾ ਕੇ ਮਿਲਿਆ ਸਾਡੇ ਨਾਲ। ਅੱਛਾ ਜੀ। ਤੇ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਦੂਸਰੇ ਗੇੜ ਚ ਜਦ ਸਾਡੀ ਮੀਟਿੰਗ ਹੋਈ ਸੀ ਲੁਧਿਆਣੇ, ਤੇ ਇਹ ਤੀਜੀ ਮੀਟਿੰਗ ਚ ਆ ਗਿਆ ਸੀ। ਦੂਜੀ ਮੀਟਿੰਗ ਚ ਇੱਕ ਮੀਟਿੰਗ ਲੁਧਿਆਣੇ ਹੋਈ, ਉਹ ਚ ਮੇਨ ਸਾਡੇ ਦਾ ਜਿਹੜਾ ਸਾਡਾ ਸਾਥ ਦਿੱਤਾ ਸਾਡਾ MLA ਸੀ, ਉਹ ਪਾਰਟੀ ਛੱਡ ਚੁੱਕਿਆ ਸੀ, ਇਸ ਲਈ ਅਸੀਂ ਉਹਨਾਂ ਨੂੰ ਨਾਲ ਲੈਣਾ ਠੀਕ ਸਮਝਿਆ। ਠੀਕ। ਕਿਸੇ ਪੋਲੀਟੀਕਲ ਪਾਰਟੀ ਨਾਲ ਹੈ ਨਹੀਂ ਸੀ, ਅਕਾਲੀ ਸੀਗਾ, ਅਕਾਲੀ ਉਹਨੇ ਛੱਡਤੇ ਸੀ, ਅਕਾਲੀ ਦਲ ਦੀ। ਤੇ ਪ੍ਰਤਾਪ ਸਿੰਘ ਕਾਦੀਆਂ। ਠੀਕ। ਤੇ ਇਹ ਪਹਿਲੀ ਮੀਟਿੰਗ ਅਸੀਂ ਲੁਧਿਆਣੇ ਰੱਖੇ, ਜਿਹੜੀ ਜਗ੍ਹਾ ਸੀ ਲੁਧਿਆਣੇ ਬੱਸ ਸਟੈਂਡ ਦੇ ਕੋਲ, ਉਹ ਪ੍ਰਤਾਪ ਸਿੰਘ ਦੀ ਵੀ ਜਗ੍ਹਾ ਸੀ ਉੱਥੇ। ਤੇ ਉਸ ਉਹਨੇ ਪਹਿਲੀ ਮੀਟਿੰਗ 'ਚ ਕਹਿਤਾ ਸੀ ਵੀ ਇਹ ਜਗ੍ਹਾ ਤੁਹਾਡੀ ਹੈ, ਯੂਨੀਅਨ ਦੀ ਹੈ, ਯੂਨੀਅਨ ਨੂੰ ਦੇਤੀ, ਯੂਨੀਅਨ ਨੂੰ ਦੇ, ਇਹਦੇ ਵਿੱਚ ਦਫ਼ਤਰ ਬਣਾਓ, ਦਫ਼ਤਰ ਬਣਾ ਲਓ, ਕੁਛ ਕਰੋ, ਆਪਣਾ ਸੈਂਟਰ ਬਣ ਜੂ, ਹਰੇਕ ਨੂੰ ਬੱਸ ਅੱਡੇ ਤੋਂ ਉਤਰ ਕੇ ਆ ਕੇ ਆਉਣਾ ਸੌਖਾ। ਨਾਲ ਹੀ ਉਸ ਵੇਲੇ ਸਾਧਨ ਨਹੀਂ ਸੀ ਹੁੰਦੇ। ਹਾਂਜੀ। ਕੋਈ ਸਾਧਨ ਐ ਨਹੀਂ ਵੀ ਗੱਡੀਆਂ, ਅੱਜ ਨੂੰ ਗੱਡੀਆਂ ਮੋਟਰਸਾਈਕਲ ਹਾਂਜੀ ਨਹੀਂ ਸੀ ਹੁੰਦੇ ਲੋਕਾਂ ਕੋਲ। ਤੇ ਬੱਸ ਸਟੈਂਡ ਦੇ ਕੋਲ ਹੋਣ ਕਰਕੇ ਇਹਦਾ ਸਾਨੂੰ ਬਹੁਤ ਫਾਇਦਾ ਮਿਲਿਆ। ਫਿਰ ਤੁਸੀਂ ਯੂਨੀਅਨ ਦੀ ਸਥਾਪਨਾ ਕਰ ਲਈ, ਉਹਦਾ ਨਾਮ ਕੀ ਰੱਖਿਆ? ਯੂਨੀਅਨ ਦਾ ਉਸ ਟਾਈਮ ਨਾਮ, ਉਦੋਂ ਬਾਅਦ ਦੂਸਰੀ ਮੀਟਿੰਗ ਦੇ ਵਿੱਚ ਹਾਂਜੀ ਤੇ ਹੋਰ ਵੀ ਇਕੱਠ ਹੋਇਆ ਤੇ ਅਸੀਂ ਸਨੇਹ ਵਗੈਰਾ ਲਾਏ ਲੋਕਾਂ ਨੂੰ। ਫਿਰ ਉਹਦਾ ਯੂਨੀਅਨ ਦਾ ਨਾਮ ਰੱਖਿਆ ਪੰਜਾਬ ਖੇਤੀਬਾੜੀ ਜ਼ਿਮੀਂਦਾਰ ਯੂਨੀਅਨ। ਅੱਛਾ ਜੀ। ਤੇ ਇਤਰਾਜ਼ ਉਸ ਟਾਈਮ ਇੱਕ ਤਾਂ ਮੈਂ ਹੀ ਕੀਤਾ ਸੀ ਪਹਿਲਾਂ, ਹਾਂਜੀ, ਵੀ ਇਹ ਗੱਲ ਜਿਹੜੀ ਜ਼ਿਮੀਂਦਾਰਾਂ ਨਾ, ਵੀ ਇਹ ਕੋਈ ਜਿਹੜੇ ਉਹ ਬੰਦਿਆਂ ਨੂੰ ਜ਼ਿਮੀਂਦਾਰ ਗਿਣਿਆ ਜਾਂਦਾ ਜਿਹੜੇ ਖੇਤੀ ਨਹੀਂ ਕਰਦੇ, ਮਜ਼ਾਰਿਆਂ ਤੋਂ ਕੰਮ ਕਰਾਉਂਦੇ ਆ, ਤੇ ਵੀ ਇਹ ਜਿਹੜੀ ਟੈਕਨੀਕਲ ਲੈਂਗੁਏਜ ਦੇ ਵਿੱਚ ਇਹ ਠੀਕ ਨਹੀਂ ਹੈ। ਹਾਂਜੀ। ਪਰ ਉਦੋਂ ਜਿਆਦਾ ਨਾ ਸੁਣੀ ਮੇਰੀ ਗੱਲ ਇਹ। ਹਾਂਜੀ। ਤੇ ਬਾਅਦ ਚ ਅਸੀਂ ਗਏ ਤਾਂ ਲੋਕਾਂ ਨੇ ਇਤਰਾਜ਼ ਕਰੇ ਵੀ ਜ਼ਿਮੀਂਦਾਰ ਦਾ ਸ਼ਬਦ ਕੱਟੋ ਇਹ 'ਚ। ਅਸੀਂ ਛੇਤੀ ਉਹ ਬਦਲਤਾ ਸੀ। ਫਿਰ ਪੰਜਾਬ ਖੇਤੀਬਾੜੀ ਯੂਨੀਅਨ ਨਾਂ ਇਹਦਾ ਰੱਖਤਾ ਸੀ ਤੇ ਰਜਿਸਟਰ ਵੀ ਕਰਾ ਲਈ ਸੀ। ਹਾਂਜੀ। ਤੇ ਇਹਦੇ ਵਿੱਚ ਫਿਰ ਪ੍ਰਤਾਪ ਸਿੰਘ ਕਾਦੀਆਂ ਨੂੰ ਅਸੀਂ ਪ੍ਰਧਾਨ ਬਣਾਇਆ ਸੀ ਯੂਨੀਅਨ ਦਾ। ਅੱਛਾ ਜੀ। ਤੇ ਮੈਂ ਸੈਕਟਰੀ ਸੀ। ਹਾਂਜੀ। ਤੇ ਗੁਰਬਚਨ ਸਿੰਘ ਭਾਮੀਆਂ ਕੈਸ਼ੀਅਰ ਸੀ, ਤੇ ਇੱਕ ਰਘਵੀਰ ਸਿੰਘ ਧਨਾਨਸੂ ਇਹ ਵੀ ਕੈਸ਼ੀਅਰ ਸੀਗੇ। ਅਸੀਂ ਹਰੇਕ ਤੇ 2 ਪੋਸਟਾਂ ਰੱਖੀਆਂ ਸੀ ਬਈ ਕਦੇ ਵੀ ਇੱਕ ਦੂਜੇ ਦਾ ਬੰਦਾ ਹਾਜ਼ਰ ਨਹੀਂ ਹੁੰਦਾ ਤਾਂ ਦੂਜਾ ਕੰਮ ਕਰ ਸਕੇ। ਚਲੋ, ਤੁਸੀਂ ਜਥੇਬੰਦੀ ਬਕਾਇਦਾ ਬਣਾ ਕੇ ਅਹੁਦੇਦਾਰ ਅਨਾਉਂਸ ਕਰਕੇ ਕਿਸਾਨੀ ਮੰਗਾਂ ਤੇ ਜਾਨੀ ਸੰਘਰਸ਼ ਵਗੈਰਾ ਕਰਨੇ ਸ਼ੁਰੂ ਕਰ ਦਿੱਤੇ। ਹਾਂ, ਤੇ ਅਸੀਂ ਫਿਰ ਉਹਦਾ ਵਿਧਾਨ ਵੀ ਬਣਾਤਾ ਸੀ। ਹਾਂਜੀ, ਵੀ ਇਹ ਜਥੇਬੰਦੀ ਨਾਨ ਪੋਲੀਟੀਕਲ ਰਹੂਗੀ। ਹਾਂਜੀ, ਤੇ ਸਾਡੇ ਚੋਂ ਕੋਈ ਵੀ ਜਿਹੜੇ ਬੰਦੇ ਯੂਨੀਅਨ ਦੇ ਬੰਦੇ ਅਹੁਦੇਦਾਰ ਹੋਣਗੇ ਉਹਨਾਂ ਚੋਂ ਕੋਈ ਬੰਦਾ ਕੋਈ ਕਿਸੇ ਕਿਸਮ ਦੀ ਇਲੈਕਸ਼ਨ ਨਹੀਂ ਲੜੂਗਾ। ਹਾਂਜੀ, ਇੱਕ ਪੰਚਾਇਤ ਇਲੈਕਸ਼ਨਾਂ ਨੂੰ ਅਸੀਂ ਸ਼ਰਤਾਂ ਸੀ ਵੀ ਉਹ ਪਿੰਡ ਦੇ ਮਾਮਲੇ ਨੇ, ਉਹ ਪੋਲੀਟੀਕਲ ਨਹੀਂ ਹੈਗੇ। ਹਾਂਜੀ, ਤੇ ਬਾਕੀ ਅਸੀਂ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਪੋਲੀਟੀਕਲ ਤੇ ਜਿਹੜਾ ਆਉਂਦਾ ਸੀ ਕੋਈ ਇਲੈਕਸ਼ਨ ਨਹੀਂ ਲੜੂ। ਜਾਨੀ ਤੁਸੀਂ ਪਹਿਲਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀਆਂ ਦੇ ਵਿੰਗ ਸੀਗੇ, ਉਸ ਸੰਕਲਪ ਨੂੰ ਤੋੜ ਕੇ ਨਰੋਲ ਕਿਸਾਨੀ ਮੁੱਦਿਆਂ ਤੇ ਲੜਨ ਲਈ ਇੱਕ ਪੋਲੀਟੀਕਲ ਪਾਰਟੀ ਦੇ ਵਿੰਗ ਤੋਂ ਹਟ ਕੇ ਅਸੀਂ ਜਥੇਬੰਦੀ ਪੋਲਿਟਿਕਸ ਦੇ ਕੇ ਤੁਸੀਂ ਕਿਸਾਨਾਂ ਦੀ ਜਥੇਬੰਦੀ ਬਣਾਈ। ਤੇ ਉਹ ਜਥੇਬੰਦੀ ਫਿਰ ਕਿੰਨਾ ਕੁ ਚਿਰ ਚੱਲੀ ਤੇ ਬਾਅਦ ਚ ਉਹ ਭਾਰਤੀ ਕਿਸਾਨ ਯੂਨੀਅਨ ਵੱਲ ਨੂੰ ਉਹਦੀ ਡਿਵੈਲਪਮੈਂਟ ਕਿੱਦਾਂ ਹੋਈ? ਇਹ ਸਾਨੂੰ ਇਹਦਾ ਜਦ ਯੂਨੀਅਨ ਬਣਾਈ ਤਾਂ ਸਾਨੂੰ ਬਹੁਤ ਹੰਗਾਰਾ ਮਿਲਿਆ ਲੋਕਾਂ ਤੋਂ। ਹਾਂਜੀ, ਤੇ ਇੱਥੋਂ ਤੱਕ ਵੀ ਜੇ ਫੰਡ ਵੀ ਸਾਨੂੰ ਕੋਈ ਤਕਲੀਫ ਨਹੀਂ ਹੋਈ। ਹਾਂਜੀ, ਇੱਕ ਤਾਂ ਇਹ ਲੋਕ ਸਾਰੇ ਆਪਸ ਵਿੱਚ ਸਾਡੇ ਏਰੀਏ ਦੇ ਜਾਣਦੇ ਪਛਾਣਦੇ ਸੀ। ਹਾਂਜੀ, ਮੈਂ ਤੁਹਾਨੂੰ ਜਿਵੇਂ ਦੱਸ ਕੇ ਹਟਿਆ ਵੀ ਸਾਰੇ ਲਾਇਲਪੁਰ ਤੋਂ ਆਏ ਹੋਏ। ਹਾਂਜੀ, ਉਹੀ ਪਿੰਡਾਂ ਦੇ ਰਲਦੇ ਮਿਲਦੇ ਲੋਕ ਸੀ, ਤੇ ਜੇ ਕਿਸੇ ਨੂੰ ਕੋਈ ਗੱਲ ਕਰ ਲੈਂਦੇ ਸੀ ਉਹ ਪਿਛਲੇ ਨਿਕਲੇ ਆਉਂਦੀ ਸੀ ਜਾਣ ਪਛਾਣ। ਹਾਂਜੀ, ਤੇ ਇਹਦੇ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਹੋਈ। ਠੀਕ। ਤੇ ਫਿਰ ਭਾਰਤੀ ਕਿਸਾਨ ਯੂਨੀਅਨ ਦੱਸੋ, ਇਹਦਾ ਨਾਮ ਫਿਰ ਕਿਉਂ ਪਿਆ ਤੇ ਇਹ ਇੰਡੀਆ ਪੱਧਰ ਦੀਆਂ ਜਥੇਬੰਦੀਆਂ ਨਾਲ ਕਨੈਕਸ਼ਨ ਆ ਜਿਹੜਾ ਇਹਨਾਂ ਦਾ ਕਿਵੇਂ ਬਣਿਆ ਤੁਹਾਡਾ? ਤੇ ਉਹ ਮੈਂ ਇੱਕ ਗੱਲ ਭੁੱਲ ਗਿਆ ਜੀ, ਬਲਬੀਰ ਸਿੰਘ ਰਾਜੇਵਾਲ ਵੀ ਦੂਜੀ ਮੀਟਿੰਗ 'ਚ ਆ ਗਏ ਸੀ ਸਾਡੇ ਨਾਲ। ਠੀਕ।
ਉਹਨਾਂ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ ਸੀ। ਠੀਕ। ਉਹ ਮੈਗਜ਼ੀਨ ਕੱਢਦੇ ਸੀ ਯੂਨੀਅਨ ਦਾ, ਕਿਉਂਕਿ ਉਹਨਾਂ ਦਾ ਸੀਗਾ ਇੰਟਰਸਟ ਲਿਖਣ ਦਾ ਸੀ ਉਹਨਾਂ ਦਾ। ਠੀਕ। ਤੇ ਉਹ ਯੂਨੀਅਨ ਦਾ ਮਤਲਬ ਮੈਗਜ਼ੀਨ ਉਹਨਾਂ ਨੇ ਸ਼ੁਰੂ ਕਰਿਆ ਕੱਢਣਾ। ਸਾਨੂੰ ਫੰਡ ਦੀ ਕੋਈ ਕਮੀ ਨਹੀਂ ਰਹੀ, ਜਿਹੜਾ ਵੀ ਕਦੇ ਲੋੜ ਪਈ। ਤੇ ਸਾਡੇ ਕੈਸ਼ੀਅਰ ਬੰਦੇ ਵੀ ਬਹੁਤ ਓਨੈਸਟ ਸੀ, ਉਹਨਾਂ ਨੇ ਬਹੁਤ ਦੇਰ ਕੰਮ ਕੀਤਾ। ਤੇ ਇਹ ਜਿਹੜੀ ਦੂਜੀ BKU ਬਣਦਾ ਹੈ, ਇਹ ਸਾਨੂੰ ਤਾਮਿਲਨਾਡੂ ਚ ਪਤਾ ਲੱਗਿਆ ਵੀ ਤਾਮਿਲਨਾਡੂ ਚ ਇੱਕ ਯੂਨੀਅਨ ਆ ਤੇ ਜਿਹੜੀ ਨੌਨ ਪੋਲੀਟੀਕਲ ਆ। ਅੱਛਾ ਜੀ। ਸਾਡੇ ਵਾਂਗ। ਠੀਕ। ਤੇ ਉਹਨਾਂ ਨੇ ਉੱਥੇ ਬਹੁਤ ਕੰਮ ਕਰਾਇਆ, ਬਿਜਲੀ ਫ੍ਰੀ ਕਰਾਈ। ਤੇ ਅਸੀਂ ਸੋਚਿਆ ਵੀ ਕਿ ਇੰਡੀਆ ਲੈਵਲ ਤੇ ਕਿਉਂ ਨਾ ਇਸ ਯੂਨੀਅਨ ਨੂੰ ਯੂਨਾਈਟ ਕਰਿਆ ਜਾਵੇ। ਉੱਥੇ ਅਸੀਂ ਇੱਕ ਡੈਪੂਟੇਸ਼ਨ ਭੇਜਿਆ, ਉਹਨਾਂ ਨੂੰ ਦੱਸਿਆ ਵੀ ਅਸੀਂ ਯੂਨੀਅਨ ਬਣਾਈ ਹੈ ਤੇ ਅਸੀਂ ਹੋਰ ਸਟੇਟਾਂ 'ਚ ਵੀ ਜਿੱਥੇ ਕਿਤੇ ਸੀ ਕੋਸ਼ਿਸ਼ ਕਰੀ। ਤੇ ਇਹ ਛੇਤੀ ਉਹ ਮਤਲਬ ਤਕਰੀਬਨ 72 ਦੇ ਐਂਡ 'ਚ ਇੱਕ ਮੀਟਿੰਗ ਹੋਈ ਸਟੇਟ ਵਾਈਜ਼, ਸਾਰਿਆਂ ਦੇ ਕਿਸੇ ਦੇ ਇੱਕ ਦੋ ਬੰਦੇ ਆਏ, ਭਾਰਤ ਪੱਧਰ ਦੀ ਜਥੇਬੰਦੀ ਬਣ ਗਈ। ਇਹਨੂੰ ਬਾਹਲੀ ਦੇਰ ਨਹੀਂ ਲੱਗੀ, ਉਦੋਂ ਫਿਰ ਨਾਂ ਬਦਲ ਕੇ ਇਹਦਾ BKU ਅਸੀਂ ਰੱਖ ਲਿਆ ਸੀ। ਕਿਉਂਕਿ ਉਹ ਤਾਮਿਲਨਾਡੂ ਦੀ ਜਥੇਬੰਦੀ ਦਾ ਨਾਂ ਇਹੀ ਸੀ, ਭਾਰਤੀ ਕਿਸਾਨ ਯੂਨੀਅਨ ਸੀ। ਉਹਨਾਂ ਦੇ ਨਾਂ ਤੇ ਅਸੀਂ ਇਹ ਨਾਂ ਰੱਖਤਾ ਸੀ। ਇਹ ਜਿਹੜੇ ਯੂਪੀ ਚ ਟਕੈਤ ਹੋਣੀ ਭਾਰਤੀ ਕਿਸਾਨ ਯੂਨੀਅਨ ਵਾਲੇ ਸੀ, ਇਹ ਉਸ ਸਮੇਂ ਇਹ ਉਸ ਟਾਈਮ ਨਹੀਂ ਆਏ, ਥੋੜਾ ਚਿਰ ਬਾਅਦ ਚ ਆਏ। ਠੀਕ ਹੈ ਜੀ। ਅਗਲੀਆਂ ਮੀਟਿੰਗਾਂ 'ਚ ਹੌਲੀ ਹੌਲੀ ਜਿਉਂ ਸਾਡੀ ਯੂਨੀਅਨ ਦਾ ਕੰਮ ਵਧਿਆ। ਤੇ ਇੱਥੋਂ ਤੱਕ ਮੈਨੂੰ ਪਤਾ ਵੀ ਦਿੱਲੀ 'ਚ ਗਏ ਸੀ ਅਸੀਂ, ਦਿੱਲੀ ਇਹਨਾਂ ਮਸਲਿਆਂ ਤੇ, ਕਿਸਾਨੀ ਮਸਲਿਆਂ ਤੇ ਵੀ ਅਸੀਂ ਰੇਟ ਵਧਾਉਣ ਲਈ, ਫਸਲਾਂ ਦੇ ਰੇਟ ਵਧਾਉਣ ਲਈ, ਕਣਕ ਦੇ ਰੇਟ ਵਧਾਉਣ ਲਈ, ਉਦੋਂ ਝੋਨਾ ਤਾਂ ਹੁੰਦਾ ਨਹੀਂ ਸੀ। ਜਿਣਸਾਂ ਦੇ ਭਾਅ ਪ੍ਰਾਈਸ ਇੰਡੈਕਸ ਨਾਲ ਜੋੜਨ ਦੀ ਮੰਗ ਵੀ ਮੇਰਾ ਖਿਆਲ ਭਾਰਤੀ ਕਿਸਾਨ ਯੂਨੀਅਨ ਨੇ ਜ਼ਿਆਦਾ ਉਠਾਈ ਸੀ। ਤੇ ਉੱਥੇ ਅਸੀਂ ਦਿੱਲੀ ਗਏ ਸੀ ਤੇ ਉੱਥੇ ਇੰਦਰਾ ਗਾਂਧੀ ਸਾਨੂੰ, ਅਸੀਂ ਕਿਹਾ ਵੀ ਇੰਦਰਾ ਗਾਂਧੀ ਨੂੰ ਅਸੀਂ ਇਹ ਸੁਨੇਹਾ ਭੇਜਿਆ ਵੀ ਅਸੀਂ ਤੈਨੂੰ ਮਿਲਣ ਨਹੀਂ ਆਉਣਾ, ਤੂੰ ਸਾਨੂੰ ਮਿਲਣਾ। ਠੀਕ। ਜਾਣੀ ਉਸ ਟਾਈਮ ਦੇ ਲੀਡਰ ਇੰਨੇ ਮਤਲਬ ਲੀਨੀਅੰਟ ਸੀ ਲੋਕਾਂ ਪ੍ਰਤੀ, ਚਾਹੇ ਉਹਨੇ ਸਾਡਾ ਕੰਮ ਕਰਿਆ ਜਾਂ ਨਹੀਂ ਕਰਿਆ, ਪਰ ਉਹ ਸਾਨੂੰ ਉੱਥੇ ਮਿਲਣ ਆਈ। ਅਸੀਂ ਬੰਗਲਾ ਸਾਹਿਬ ਗੁਰਦੁਆਰੇ 'ਚ ਠਹਿਰੇ ਹੋਏ ਸੀ, ਨਾਲ ਇੱਕ ਚੌਂਕ ਸੀ, ਉੱਥੇ ਅਸੀਂ ਖੜ ਗਏ ਸੀ ਸਾਰੇ ਯੂਨੀਅਨ ਨਾਲ ਜਾ ਕੇ। ਕੋਈ ਬਾਹਲੇ ਬੰਦੇ ਨਹੀਂ ਸੀ, 300-400 ਬੰਦਾ ਸੀ। ਤੇ ਯੂਨੀਅਨ ਸਾਨੂੰ ਆ ਕੇ ਗਈ ਤੇ ਸਾਡੀ ਉਹਨੇ ਗੱਲਬਾਤ ਸੁਣੀ, ਉਹਨੂੰ ਜਿਹੜਾ ਲਿਖ ਕੇ ਦਿੱਤਾ ਸੀ ਮੈਮੋਰੈਂਡਮ ਪੜਿਆ ਉਹਨੇ ਕਿਹਾ ਵੀ ਅਸੀਂ ਐਤ ਕੀਤਾ। ਹੁਣ ਉਸ ਸਾਲ ਕੀ ਕੀਤਾ ਇਹਨਾਂ ਨੇ, ਕਣਕ ਦਾ 76 ਤੋਂ ਘਟਾ ਕੇ ਉਲਟਾ ਭਾਅ 72 ਕਰਤਾ ਸੀ। ਤੇ ਅਸੀਂ ਕਿਹਾ ਵੀ ਇਹ ਤੁਸੀਂ ਚੰਗੇ ਕੀਤੇ ਆ, ਵੀ ਖਰਚੇ ਸਾਡੇ ਵੱਧ ਰਹੇ ਨੇ, ਤੁਸੀਂ ਰੇਟ ਘਟਾ ਰਹੇ ਹੋ। ਤੇ ਅਸੀਂ ਤਾਂ ਵੀ ਰੇਟ ਵਧਾਉਣ ਨੂੰ ਫਿਰਦੇ ਸੀ, ਤੁਸੀਂ ਘਟਾਈ ਜਾਂਦੇ ਹੋ, ਵੀ ਇਹ ਕੀ ਗੱਲ ਬਣੂ। ਖਰਚੇ ਪਿਛਲੇ ਸਾਲਾਂ ਨੂੰ ਸਾਡੇ ਵੱਧ ਨੇ, ਹਰੇਕ ਚੀਜ਼ ਦਾ ਰੇਟ ਵੱਧ ਰਿਹਾ। ਤੇ ਉਹਨੇ ਇੰਦਰਾ ਗਾਂਧੀ ਨੇ ਕਰਿਆ ਮਹਿਸੂਸ, ਕਹਿੰਦੇ ਵੀ ਹੁਣ ਤਾਂ ਅਸੀਂ ਫਿਕਸ ਕਰ ਚੁੱਕੇ ਹਾਂ ਤੇ ਵੀ ਅਗਲੇ ਸਾਲ ਤੇ ਅਸੀਂ ਜ਼ਰੂਰ ਤੁਹਾਨੂੰ ਇਹ ਰੇਟ ਵੱਧ ਦੇ ਦਾਂਗੇ। ਤੇ ਫਿਰ ਉਹ ਲੋਕਾਂ ਨੇ ਵੀ ਜ਼ਿਆਦਾ ਜਿੱਦ ਨਾ ਕਰੀ, ਵੀ ਉਹਦੇ ਵਿਸ਼ਵਾਸ ਤੇ ਅਸੀਂ, ਵੈਸੇ ਅਗਲੇ ਸਾਲ ਉਹਨਾਂ ਨੇ ਰੇਟ ਵਧਾਤੇ ਸੀ। ਤੇ ਉਸ ਤੋਂ ਬਾਅਦ ਇਹ ਗੱਲ ਜਦ ਫੈਲੀ, ਇੰਡੀਆ ਲੈਵਲ ਤੇ ਫੈਲਦੀ ਹੈ, ਫਿਰ ਇਹ ਜਦ ਕੋਈ ਏਦਾਂ ਦੀ ਨੈਸ਼ਨਲ ਲੈਵਲ ਤੇ ਗੱਲ ਹੁੰਦੀ ਹੈ। ਠੀਕ। ਤੇ ਫਿਰ ਸਾਡੇ ਨਾਲ ਹੋਰ ਸਟੇਟਾਂ ਦੀ ਯੂਨੀਅਨ ਵੀ ਬਾਅਦ ਚ ਲੜੀਆਂ। BKU ਇਹ ਮਹਿੰਦਰ ਸਿੰਘ ਟਕੈਤ ਇਹ ਬਾਅਦ ਚ ਆਏ ਨੇ। ਮਨਜੀਤ ਸਿੰਘ ਜੀ, ਹੁਣ ਆਪਾਂ ਗੱਲ ਕਰਦੇ ਹਾਂ, ਤੁਸੀਂ ਕਿਸਾਨ ਯੂਨੀਅਨ ਦਾ ਪਿਛੋਕੜ ਦੱਸਿਆ, ਪੰਜਾਬ ਤੋਂ ਉਹ ਕਿਵੇਂ ਭਾਰਤ ਪੱਧਰ ਦੀ ਉਹਨੇ ਹਸਤੀ ਆ ਜਿਹੜੀ ਹਾਸਲ ਕੀਤੀ ਤੇ ਉਹਦੀ ਤਾਕਤ ਕਰਕੇ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਜਥੇਬੰਦੀਆਂ ਨੂੰ ਵੇਟੇਜ ਦਿੱਤਾ ਜਾਂ ਉਹਦੀਆਂ ਮੰਗਾਂ ਮੰਨੀਆਂ। ਤੇ ਜਦੋਂ ਅੱਜ ਅਸੀਂ ਪੰਜਾਬ ਵੱਲ ਝਾਤੀ ਮਾਰਦੇ ਹਾਂ ਤਾਂ ਪੰਜਾਬ 'ਚ ਭਾਰਤੀ ਕਿਸਾਨ ਯੂਨੀਅਨ ਨਾਂ ਦੀਆਂ 8-10 ਜਥੇਬੰਦੀਆਂ ਵੱਖਰੀਆਂ ਕੰਮ ਕਰਦੀਆਂ ਨੇ,
ਜਦੋਂ ਅੱਜ ਦੀ ਮੋਦੀ ਹਕੂਮਤ ਜਿਹੜੀ ਭਾਰਤ ਦੇ ਲੋਕਾਂ ਤੇ ਵੱਖ-ਵੱਖ ਰੂਪਾਂ 'ਚ ਕਾਲੇ ਕਾਨੂੰਨ ਲਾ ਕੇ ਅਤਿਆਚਾਰ ਕਰਦੀ ਆ ਰਹੀ ਆ, ਅੱਜ ਉਹਨਾਂ ਨੇ 3 ਬਿੱਲ ਪਾਸ ਕੀਤੇ ਨੇ ਜਿਹੜੇ ਕਾਨੂੰਨ ਜਿਹੜੇ ਕਿਸਾਨ ਵਿਰੋਧੀ ਨੇ, ਤੇ ਪੰਜਾਬ ਦੀਆਂ ਤੇ ਭਾਰਤ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ 3 ਕਾਨੂੰਨਾਂ ਨੂੰ, ਕਿਸਾਨਾਂ ਨੂੰ ਉਜਾੜਨ ਵਾਲੇ ਕਾਨੂੰਨ, ਖੇਤੀ ਚੋਂ ਬਾਹਰ ਕੱਢਣ ਵਾਲੇ ਤੇ ਅਡਾਨੀਆਂ ਵਾਨੀਆਂ ਦਾ ਜਿਹੜਾ ਕਾਰਪੋਰੇਟ ਜਗਤ ਆ ਉਹਨੂੰ ਜ਼ਮੀਨ ਤੇ ਖੇਤੀ ਸੈਕਟਰ ਨੂੰ ਸੌਂਪਣ ਦੀਆਂ ਤਿਆਰੀਆਂ ਕੀਤੀਆਂ ਨੇ। ਤੇ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਅੱਜ ਲਗਾਤਾਰ 5-7 ਮਹੀਨੇ ਤੋਂ ਕਿਸਾਨ ਨੇ ਜਿਹੜੇ ਉਹ ਵੱਡੀ ਪੱਧਰ ਤੇ ਅੰਦੋਲਨ ਕਰ ਰਹੇ ਨੇ। ਪੰਜਾਬ ਦੀਆਂ 31-32 ਜਥੇਬੰਦੀਆਂ ਤੇ ਭਾਰਤ ਭਰ ਦੀਆਂ 500 ਦੇ ਕਰੀਬ ਜਥੇਬੰਦੀਆਂ ਭਾਰਤ ਦੀ ਉਹ ਜਿਹੜੀ ਫਾਸਿਸਟ ਡਿਕਟੇਟਰ ਤੇ ਕਿਸਾਨ ਵਿਰੋਧੀ, ਲੋਕ ਵਿਰੋਧੀ ਹਕੂਮਤ ਆ ਮੋਦੀ ਦੀ, ਉਹਦੇ ਖਿਲਾਫ ਲੜ ਰਹੀਆਂ ਨੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਉਸ ਟਾਈਮ ਮੈਂ 7-8 ਸਾਲ ਕੰਮ ਕੀਤਾ ਤੇ ਲੋਕਾਂ ਦੀ ਸਪੋਰਟ ਤਾਂ ਉਸ ਟਾਈਮ ਹੁੰਦੀ ਸੀ, ਪਰ ਇੰਨੀ ਜ਼ਿਆਦਾ ਪੈਨੀਟ੍ਰੇਸ਼ਨ ਨਹੀਂ ਸੀ ਜਿੰਨੀ ਅੱਜ ਕੱਲ ਹੈ। ਇੱਕ ਤਾਂ ਸੰਚਾਰ ਦੇ ਸਾਧਨ ਅੱਜ ਕੱਲ ਬਣ ਗਏ ਨੇ, ਟੈਲੀਫੋਨ, ਉਸ ਟਾਈਮ ਦਾ ਟੈਲੀਫੋਨ ਵੀ ਨਹੀਂ ਸੀ ਹੁੰਦੇ, ਤੇ ਸਾਨੂੰ ਇਕੱਠੇ ਹੋਣ ਲਈ ਸੁਨੇਹਾ ਜਾਂ ਚਿੱਠੀਆਂ ਦੇ ਕੰਮ ਲੈਣਾ ਪੈਂਦਾ ਸੀ, ਤੇ ਸਲੋ ਸੀ ਬਹੁਤ ਪ੍ਰੋਗਰਾਮ। ਪਰ ਉਦੋਂ ਸਰਕਾਰਾਂ ਜਿਹੜੀਆਂ ਸੀ ਉਹ ਇੰਨੀਆਂ ਬੇਸ਼ਰਮ ਨਹੀਂ ਸੀ ਜਿੰਨੀਆਂ ਅੱਜ ਕੱਲ ਨੇ। ਤੇ ਠੀਕ ਆ, ਲਾਠੀਚਾਰਜ ਸਾਡੇ ਉਸ ਟਾਈਮ ਵੀ ਹੋਏ, ਸਾਡੇ ਤੇ ਇੱਕ ਵਾਰ ਲਾਠੀਚਾਰਜ ਲੁਧਿਆਣੇ ਸਾਡੇ ਤੇ ਹੋਇਆ, ਸਾਡੇ ਕਈ ਬੰਦਿਆਂ ਦੇ ਸੱਟਾਂ ਲੱਗੀਆਂ। ਇਵਨ ਪ੍ਰਤਾਪ ਸਿੰਘ MLA, ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ, ਉਹਦੇ ਵੀ ਸੱਟਾਂ ਲੱਗੀਆਂ ਕਾਫੀ। ਤੇ ਪਰ ਉਹ ਇੱਕੋ ਹੀ ਲਾਠੀਚਾਰਜ ਮੈਨੂੰ ਯਾਦ ਆ ਵੀ ਹੋਰ ਸਾਡੇ ਨਹੀਂ ਕੋਈ ਹੋਇਆ ਇਸ ਟਾਈਮ। ਇੰਨੀ ਸਖਤੀ ਕਦੇ ਪੁਲਿਸ ਨੇ ਨਹੀਂ ਸੀ ਕੀਤੀ ਜਿੰਨੀ ਅੱਜ ਕੱਲ ਪੁਲਿਸ ਕਰ ਰਹੀ ਹੈ। ਏਦਾਂ ਸਾਡੇ ਕਦੇ ਰਸਤੇ ਨਹੀਂ ਸੀ ਰੋਕੇ। ਤੇ ਜਿਹੜੀਆਂ ਯੂਨੀਅਨਾਂ ਤੁਸੀਂ ਕਹਿੰਦੇ ਹੋ ਵੀ ਇੰਨੀਆਂ 8-10 ਬਣ ਗਈਆਂ, ਜਾਂ ਮੇਰੇ ਖਿਆਲ 'ਚ ਤਾਂ 8-10 ਕਿਉਂ 30-32 ਯੂਨੀਅਨ ਪੰਜਾਬ 'ਚ ਬਣੀਆਂ ਹੋਈਆਂ। ਇਹ ਜ਼ਿਆਦਾਤਰ ਯੂਨੀਅਨਸ ਇਸੇ ਚੋਂ ਨਿਕਲੀਆਂ। ਉਹਦਾ ਕਾਰਨ ਹੋਇਆ ਇਹ ਪ੍ਰਤਾਪ ਸਿੰਘ ਨੇ ਤਾਂ ਪਹਿਲਾਂ ਜਾਣੀ ਉਹਨੇ ਕਦੇ ਲੀਡਰੀ ਦਾ ਲਾਲਚ ਨਹੀਂ ਸੀ ਕਰਿਆ ਵੀ ਮੈਨੂੰ ਪ੍ਰਧਾਨ ਬਣਾ ਕੇ ਰੱਖੋ। 2-3 ਸਾਲ ਦਾ ਸੀ ਉਹਨੂੰ ਪ੍ਰਧਾਨ ਬਣਾਇਆ, ਫਿਰ ਉਹ ਕਹਿੰਦਾ ਵੀ ਤੁਸੀਂ ਬਦਲਿਆ ਕਰੋ। ਸਾਡੀ ਯੂਨੀਅਨ ਨੇ ਨੀਤੀ ਬਣਾ ਲਈ ਬਈ ਹਰੇਕ ਸਾਲ ਪ੍ਰਧਾਨ ਬਦਲੋ। ਠੀਕ ਹੈ ਜੀ। ਤੇ ਉਹਨੂੰ ਉਹ ਕੰਮ ਤਾਂ ਸਾਡੇ ਨਾਲ ਕਰਦਾ ਰਿਹਾ, ਪਰ ਉਹਨੇ ਕਦੇ ਇਹ ਨਹੀਂ ਸੀ। ਉਹਦਾ ਮੁੰਡਾ ਜ਼ਰੂਰ ਮੇਰੇ ਨਾਲ ਦੂਜੇ ਸਕੱਤਰ ਦੇ ਰੂਪ ਚ ਆ ਗਿਆ ਸੀ, ਉਹਦਾ ਨਾਂ ਵੀ ਮਨਜੀਤ ਸੀ, ਪ੍ਰਤਾਪ ਸਿੰਘ ਦੇ ਮੁੰਡੇ ਦਾ। ਉਹ ਵੀ ਸਕੱਤਰ ਦੇ ਤੌਰ ਤੇ ਸਾਡੇ ਨਾਲ ਕੰਮ ਕਰਦਾ ਸੀ, ਮੇਰੇ ਨਾਲ ਹੀ ਕੰਮ ਕਰਦਾ ਸੀ। ਅਸੀਂ ਇੱਕ ਦੂਜੇ ਦੇ ਸੀਗੇ, ਮਤਲਬ ਪੂਰਕ, ਕਦੇ ਮੈਂ ਨਾ ਆਇਆ ਉਹ ਹੁੰਦਾ ਸੀ। ਤੇ ਇਸ ਤਰ੍ਹਾਂ ਹਰੇਕ ਸਾਲ ਅਸੀਂ ਪ੍ਰਧਾਨ ਵੀ ਬਦਲਣਾ ਸ਼ੁਰੂ ਕਰਤਾ। ਤੇ ਫਿਰ ਇਹ ਲਗਭਗ ਉਸ ਟਾਈਮ, ਹੁਣ ਤੁਸੀਂ ਹੋਰ ਸਵਾਲ ਪੁੱਛਿਆ, ਮੈਂ ਇੱਕ ਹੋਰ ਕੁਝ ਦੱਸਣਾ ਚਾਹੁੰਦਾ ਉਸ ਟਾਈਮ 'ਚ ਜਿਹੜਾ ਰਹਿ ਗਿਆ ਵਿਚਾਲੇ। ਦੱਸੋ। ਕਿਉਂਕਿ ਉਹਨਾਂ ਟਾਈਮਾਂ 'ਚ ਸਾਨੂੰ ਯੂਨੀਅਨ ਲਈ ਕੋਈ ਮਸਲਾ ਚਾਹੀਦਾ ਹੁੰਦਾ ਸੀ ਗੱਲ ਤੋਰਨ ਲਈ। ਪੰਜਾਬ 'ਚ ਟਰੈਕਟਰ ਆਏ IMT, ਉਹਨਾਂ ਦੇ ਆਉਂਦਿਆਂ ਦੇ ਇੰਜਨ ਸੀਜ਼ ਹੋਣ ਲੱਗ ਗਏ। ਉਹ 500 ਟਰੈਕਟਰ ਆਇਆ, ਉਹ ਯੂਨੀਅਨ ਕੋ ਆ ਗਏ। ਤੁਸੀਂ ਕਿਹਾ ਵੀ ਟਰੈਕਟਰ ਥਾਣਿਆਂ 'ਚ ਕਢਾ ਦਿਓ, ਇਹ ਤੋਂ FIR ਕਟਾ ਦਿਓ, ਆਪਾਂ ਇਹਨਾਂ ਲਈ ਫਾਈਟ ਕਰਦੇ ਹਾਂ। ਤੇ ਅਸੀਂ ਉਸੇ ਚੱਕਰ 'ਚ ਸਾਡੇ ਤੇ ਲਾਠੀਚਾਰਜ ਹੋਇਆ ਸੀ। ਉਸ ਟਾਈਮ ਕਾਂਗਰਸ ਦੀ ਗਵਰਨਮੈਂਟ ਸੀ। ਤੇ ਉਹ ਕਹਿੰਦੇ ਵੀ ਟਰੈਕਟਰ ਵੀ ਕਿਤੇ ਮੁੜਦੇ ਹੁੰਦੇ। ਤਾਂ ਅਸੀਂ ਇਹ ਮੁੱਦਾ ਛੱਡਿਆ ਨਹੀਂ, ਅਸੀਂ ਲੜਦੇ ਰਹੇ, 3-4 ਸਾਲ ਲੜੇ। ਤੇ ਇਹਨੇ 70 ਦੇ ਵਿੱਚ ਗਵਰਨਮੈਂਟ ਬਦਲ ਗਈ, ਜਨਤਾ ਗਵਰਨਮੈਂਟ ਆ ਗਈ। ਤੇ ਫਿਰ ਸਾਨੂੰ ਇਹ ਸਰਕਾਰ ਥੋੜੀ ਜਿਹੀ ਜ਼ਿਆਦਾ ਠੀਕ ਲੱਗੀ। ਅਸੀਂ ਜਲੂਸ ਲੈ ਕੇ ਤਾਂ ਨਹੀਂ ਗਏ ਦਿੱਲੀ, ਅਸੀਂ ਦਿੱਲੀ ਇੱਕ ਡੈਪੂਟੇਸ਼ਨ ਲੈ ਕੇ ਗਏ। ਤੇ ਸਾਨੂੰ ਕਿਸੇ ਨੇ ਕਿਹਾ ਵੀ ਐਗਰੀਕਲਚਰ ਮਿਨਿਸਟਰ ਕੋ ਜਾਓ, ਸਰਜੀਤ ਸਿੰਘ ਬਰਨਾਲਾ ਸੀ। ਤੇ ਸਰਜੀਤ ਸਿੰਘ ਬਰਨਾਲੇ ਨਾਲ ਜਾ ਕੇ ਗੱਲ ਕਰੀ। ਉਹ ਕਿਸੇ ਪ੍ਰੋਗਰਾਮ ਕਿਸੇ ਹਾਲ ਦੇ ਵਿੱਚ ਸੀ, ਪਰ ਉਹਨੇ ਗੱਲਬਾਤ, ਉਹਨੂੰ ਸਲਿੱਪ ਭੇਜੀ ਤਾਂ
ਉਹਨੇ ਸਾਨੂੰ ਆ ਕੇ ਕੱਢ ਕੇ ਥੋੜੇ ਚਿਰ ਗੱਲ ਕੀਤੀ, ਕਹਿੰਦਾ ਇਹ ਮੇਰੇ ਪਾਸ ਦਾ ਗੱਲ ਨਹੀਂ ਤੇ ਮੈਂ ਨਹੀਂ ਇਹ ਕਰ ਸਕਦਾ। ਤੇ ਅਸੀਂ ਜੀ ਪੈ ਨਿਕਲੇ ਉਹਨੂੰ, ਜਿਵੇਂ ਆਪਣੇ ਜੱਟ ਕਰਦੇ ਹੁੰਦੇ ਆ ਵੀ ਇੱਕ ਦੋ ਨੇ ਗਾਲਾਂ ਗੂਲਾਂ ਵੀ ਕੱਢੀਆਂ। ਸਾਡੇ ਦੁਆਰੇ ਪੁਲਿਸ ਵੀ ਆਈ, ਫਿਰ ਨੱਟ ਕੇ ਉਹਨੇ ਰੋਕਤੀ, ਕਹਿੰਦਾ ਤੁਸੀਂ ਰਹਿਣ ਦੋ, ਕਹਿੰਦਾ ਇਹ ਬੋਲਦੇ, ਕਹਿੰਦਾ ਇਹਨਾਂ ਦਾ ਲਾਡ ਪਿਆਰ ਇਦਾਂ ਦਾ ਹੀ ਹੁੰਦਾ। ਤੇ ਫਿਰ ਉਹ ਕਹਿੰਦਾ ਵੀ ਤੁਸੀਂ ਇੰਡਸਟਰੀ ਮਿਨਿਸਟਰ ਨਾਲ ਦੂਜੇ ਕੋਲ ਜਾਓ, ਕਮਰਸ ਮਿਨਿਸਟਰ ਕੋਲ। ਉਹ ਮੋਹਨ ਧਾਰੀਆ ਸੀ ਤੇ ਮੋਹਨ ਧਾਰੀਏ ਕੋ ਗਏ। ਤੇ ਹੁਣ ਅੱਜ ਕੱਲ ਦਾ ਦੇਖ ਕਿੱਡੇ ਕਿੱਡੇ ਹੋਟਲਾਂ 'ਚ ਬਹਿ ਕੇ ਗੱਲਾਂ ਕਰਦੇ ਕਿਸਾਨਾਂ ਨਾਲ, ਅਸੀਂ ਉੱਥੇ ਪਾਰਕ 'ਚ ਬਹਿ ਕੇ ਸਾਡੇ ਨਾਲ ਬਹਿ ਗਿਆ ਮੋਹਨ ਧਾਰੀਆ, ਸਾਡੀ ਗੱਲ ਸੁਣੀ। ਉਹ ਕਹਿੰਦਾ ਵੀ ਕੰਮ ਤੁਹਾਡਾ ਹੋਊਗਾ, ਠੀਕ ਹੈ, ਮੇਰੇ ਕੋਲ ਹੈ ਨਹੀਂ ਵੀ ਇਹ ਇੰਡਸਟਰੀ ਮਿਨਿਸਟਰ ਦਾ ਕੰਮ ਆ। ਇੰਡਸਟਰੀ ਮਿਨਿਸਟਰ ਸੀਗਾ ਆਪਣਾ, ਹੁਣ ਨਾਮ ਭੁੱਲ ਗਿਆ, ਜਾਰਜ ਫਰਨਾਂਡਿਸ। ਉਹਨੇ ਸਾਨੂੰ ਭੇਜਤਾ ਤੇ ਫਰਨਾਂਡਿਸ ਨੂੰ ਵੀ ਉਹਨੇ ਇਨਫੋਰਮ ਕਰਤਾ ਵੀ ਤੁਹਾਡੇ ਕੋਲ ਡੈਪੂਟੇਸ਼ਨ ਕਿਸਾਨਾਂ ਦਾ ਆ ਰਿਹਾ। ਅਸੀਂ ਉਹਦੇ ਕੋਲ ਜਾ ਕੇ ਫਰਨਾਂਡਿਸ ਕੋਲ ਬੈਠੇ ਹੀ ਆ ਤੇ ਉਹਨੇ ਸਾਨੂੰ ਕਹਿਤਾ ਵੀ ਤੁਹਾਡਾ ਕੰਮ ਹੋ ਗਿਆ, ਕਹਿੰਦਾ ਜਾਓ, ਕਹਿੰਦਾ ਤੁਹਾਡੇ ਜਾਂਦੇ ਨੂੰ ਟਰੈਕਟਰ ਤੁਹਾਡੇ ਜਾਣਗੇ। ਤੇ ਬਾਕੀ ਹੁਣ ਹੋਣ ਵਾਲਾ ਜਿਹੜਾ ਮਸਲਾ, ਤੇ ਹੁਣ ਜੀ ਯੂਨੀਅਨ ਤਾਂ ਪਹਿਲਾਂ ਨਾਲੋਂ ਸਟਰੋਂਗ ਆ, ਪਰ ਸਰਕਾਰ ਬੇਸ਼ਰਮਾ। ਠੀਕ ਹੈ, ਯਾਨੀ ਮੇਰਾ ਇੰਨਾ ਖਿਆਲ ਆ ਵੀ ਸਰਕਾਰ ਹਾਰੂਗੀ ਤਾਂ ਸਹੀ ਇਹਦੇ 'ਚ, ਕਿਉਂਕਿ ਜਿੰਨਾ ਪੈਨੀਟ੍ਰੇਸ਼ਨ ਲੋਕਾਂ 'ਚ ਹੋ ਚੁੱਕੀ ਆ, ਬਾਹਰਲੀਆਂ ਸਟੇਟਾਂ 'ਚ ਵੀ ਮੂਵਮੈਂਟ ਵੱਧ ਰਹੀ ਆ। ਹਾਲਾਂਕਿ ਇਵਨ ਯੂਪੀ ਦੇ ਵਿੱਚ ਇਹਨਾਂ ਨੇ ਐਮਰਜੈਂਸੀ ਲਾਈ ਹੋਈ ਆ, ਕਿਸਾਨਾਂ ਨੂੰ ਨਿਕਲ ਨਹੀਂ ਦੇ ਰਹੇ। ਇਸੇ ਤਰ੍ਹਾਂ ਬਿਹਾਰ, ਇਸੇ ਤਰ੍ਹਾਂ MP। ਇਹਦਾ ਮਤਲਬ ਇਹ ਨਹੀਂ ਵੀ ਲੋਕ ਨਹੀਂ ਹਿੱਲੇ, ਲੋਕ ਸਾਰੇ ਹਿੱਲੇ ਹੋਏ ਨੇ। ਤੇ ਇਸ ਵੇਲੇ 4 ਸਟੇਟਾਂ ਤਾਂ, ਅੱਧੀ ਤਾਂ ਯੂਪੀ ਵੀ ਬੈਠੀ ਆ ਉੱਥੇ, ਯੂਪੀ ਸਾਰੀ 'ਚ ਹਿਲਜੁਲ ਹੋਈ ਹੈ। ਆਉਣ ਦੀ ਕੋਸ਼ਿਸ਼ ਕਰਦੇ ਆ, ਨਿਕਲ ਨਹੀਂ ਦਿੰਦੇ, ਪੁਲਿਸ ਕੁੱਟਦੀ ਹੈ। ਤੇ ਕਿੰਨਾ ਕੁ ਚਿਰ ਰੱਖ ਲੈਣਗੇ, ਲੋਕਾਂ ਦੇ ਇਰਾਦੇ ਬਹੁਤ ਤਕੜੇ ਨੇ, ਉਹ ਕਹਿੰਦੇ ਅਸੀਂ ਹਟਣਾ ਨਹੀਂ। ਮੇਰਾ ਤਾਂ ਖਿਆਲ ਆ ਵੀ ਇਹ ਨਹੀਂ ਰੁਕ ਸਕਦੇ ਜ਼ਿਆਦਾ ਦੇਰ, ਸਰਕਾਰ ਦਾ ਸਾਰਾ ਕੰਮ ਰੁਕਿਆ ਪਿਆ। ਹਾਂਜੀ ਗਿੱਲ ਸਾਹਿਬ, ਦੇਖੋ ਅੰਦੋਲਨ ਨੂੰ 5-6 ਮਹੀਨੇ ਹੋ ਗਏ ਤੇ ਲੋਕਾਂ ਦਾ ਜਿਹੜਾ ਦਮ ਖਾਮਾ ਉਹ ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਤੇ ਵੱਡੀ ਪੱਧਰ ਤੇ ਸਪੋਰਟ ਮਿਲ ਰਹੀ ਹੈ ਆਪਾਂ ਨੂੰ। ਇਤਿਹਾਸਕ ਤੌਰ ਤੇ ਜਦੋਂ ਦੇਖਦੇ ਆ ਤਾਂ ਚਾਚਾ ਅਜੀਤ ਸਿੰਘ ਪਗੜੀ ਸੰਭਾਲ ਜਿਹੜੀ ਲਹਿਰ ਕਿਸਾਨੀ ਦੀ ਚੱਲੀ ਸੀ ਤੇ ਉਹ ਅੰਗਰੇਜ਼ ਹਕੂਮਤ ਵੇਲੇ 1906-07 ਚ ਚੱਲੀ, ਅੱਜ ਤੋਂ 1 ਸਦੀ ਤੋਂ ਵੀ ਪਹਿਲਾਂ ਦਾ ਸਮਾਂ ਹੋ ਗਿਆ। ਤੇ ਉਦੋਂ ਬਾਅਦ ਏਡਾ ਅੰਦੋਲਨ ਮੇਰਾ ਖਿਆਲ ਆ ਇਤਿਹਾਸਕ ਤੌਰ ਤੇ ਕਦੇ ਭਾਰਤ ਦੇ ਇਤਿਹਾਸ 'ਚ ਦੇਖਣ ਨੂੰ ਨਹੀਂ ਮਿਲਿਆ, ਜਿਹੜਾ ਅੰਦੋਲਨ ਕਿਸਾਨੀ ਮੰਗਾਂ ਤੋਂ ਵੱਧਦਾ ਇੱਕ ਜਨ ਅੰਦੋਲਨ ਦਾ ਰੂਪ ਅਖਤਿਆਰ ਕਰ ਗਿਆ। ਤੇ ਜਿਹੜਾ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਬੱਤੀ, ਉਹਨਾਂ ਨੇ ਅਡਾਨੀਆਂ ਵਾਨੀਆਂ ਦੇ ਟੋਲ ਪਲਾਜ਼ੇ ਤੇ ਵਗੈਰਾ ਮੌਲ ਉਹਨਾਂ ਦੇ ਤੇ ਉਹਨਾਂ ਦੀਆਂ ਚੀਜ਼ਾਂ ਦਾ ਬਾਈਕਾਟ ਕੀਤਾ। ਤੇ ਉਹ ਜਿਹੜੀ ਸੱਟ ਆ ਉਹ ਮੋਦੀ ਹਕੂਮਤ ਤੋਂ ਬਾਅਦ ਅਡਾਨੀਆਂ ਵਾਨੀਆਂ ਦੇ ਕਾਰਪੋਰੇਟ ਜਗਤ ਤੇ ਵੀ ਪੈ ਰਹੀ ਹੈ। ਸਰਕਾਰ ਤੇ ਉਸ ਅੰਦੋਲਨ ਦਾ ਵੱਡਾ ਪ੍ਰੈਸ਼ਰ ਹੈ, ਕਿਉਂਕਿ ਪੰਜਾਬ ਤੋਂ ਚੱਲ ਕੇ ਅੰਦੋਲਨ ਆ ਜਿਹੜਾ ਭਾਰਤ ਦੇ ਵਿੱਚ ਸਾਰੇ 'ਚ ਫੈਲ ਗਿਆ ਤੇ ਮੋਦੀ ਹਕੂਮਤ ਤੇ ਇਹਦੀ ਪੂਰੀ ਦਾਅਵਾ ਤੇ ਪ੍ਰੈਸ਼ਰ ਆ ਤੇ ਬਾਰ-ਬਾਰ ਮੀਟਿੰਗਾਂ ਕਰਕੇ ਤੇ ਲੋਕਾਂ 'ਚ ਕਿਸਾਨਾਂ 'ਚ ਉਹ ਫੁੱਟ ਪਾ ਕੇ ਕਦੇ ਉਹਨੂੰ ਖਾਲਿਸਤਾਨੀ ਰੂਪ ਕਹਿੰਦੇ ਨੇ, ਕਦੇ ਮਾਓਵਾਦੀ ਕਹਿੰਦੇ ਨੇ, ਕਦੇ ਪਾਕਿਸਤਾਨ ਤੋਂ, ਚੀਨ ਤੋਂ ਸਹਾਇਤਾ, ਵਿਦੇਸ਼ਾਂ ਤੋਂ ਸਹਾਇਤਾ ਕਹਿ ਰਹੇ ਨੇ। ਤੇ ਇਹਦੇ ਬਾਵਜੂਦ ਵੀ ਕੋਈ ਜਿਹੜੇ ਕਿਸਾਨਾਂ ਦੇ ਵਿੱਚ ਕੋਈ ਬੇਚੈਨੀ ਨਹੀਂ, ਬਦਅਮਨੀ ਨਹੀਂ, ਉਹ ਪੂਰੀ ਦ੍ਰਿੜਤਾ ਦੇ ਨਾਲ ਲੜ ਰਹੇ ਨੇ। ਤੇ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਸੰਘਰਸ਼ ਆ, ਜਿਹੜਾ ਜਿਵੇਂ ਪਗੜੀ ਸੰਭਾਲ ਜੱਟਾਂ ਵੇਲੇ ਜਿਹੜੇ ਅੰਗਰੇਜ਼ਾਂ ਨੇ ਕਾਨੂੰਨ ਬਣਾਏ ਵਾਪਸ ਲਏ ਸੀ, ਮੋਦੀ ਹਕੂਮਤ ਨੂੰ ਕੀ ਇਹ ਵਾਪਸ ਲੈਣੇ ਪੈਣਗੇ? ਮੇਰਾ ਤਾਂ ਇਹ ਖਿਆਲ ਆ ਜੀ, ਮੋਦੀ ਹਕੂਮਤ ਆ ਜਿਹੜੀ ਬੇਵਕੂਫੀ ਕਰ ਰਹੀ ਹੈ। ਠੀਕ ਹੈ ਜੀ। ਇੱਕ ਤਾਂ ਇਹ ਲੋਕਾਂ 'ਚ ਕੱਟੀ ਜਾ ਚੁੱਕੀ ਹੈ ਇਹਦੇ ਗੱਲ ਨਾਲ, ਜਿੰਨਾ ਲੰਬਾ ਕਰਦੀ ਹੈ ਉਹਨਾਂ ਲੋਕਾਂ 'ਚ ਇਹ ਗੱਲ ਘਰ ਕਰ ਰਹੀ ਹੈ ਵੀ ਇਹ ਤਾਂ ਸਰਕਾਰ ਕਾਰਪੋਰੇਟਾਂ ਦੀ ਵੀ ਆ। ਤੇ ਇਸੇ ਕਰਕੇ ਮੂਵਮੈਂਟ ਵੱਧ ਰਹੀ ਹੈ। ਠੀਕ ਹੈ ਜੀ। ਉਸੇ ਕਰਕੇ ਹੁਣ ਲੋਕਾਂ ਨੂੰ ਇਹ ਦਿੰਦਾ ਵੀ ਅਸੀਂ ਹੁਣ ਜਾਵਾਂਗੇ ਤਾਂ ਸਾਡੇ ਪੱਲੇ ਕੱਖ ਨਹੀਂ ਰਹਿਣਾ। ਠੀਕ ਹੈ ਜੀ। ਕਿਉਂਕਿ ਜਿੱਡਾ ਵੱਡਾ ਮਸਲਾ ਹੋਵੇ ਉਨੇ ਹੀ ਤਕੜੇ ਲੋਕ ਹੁੰਦੇ ਆ।
ਠੀਕ। ਤੇ ਮੇਰੇ ਦੇ ਖਿਆਲ ਇਹਨਾਂ ਨੂੰ ਮੰਨ ਜਾਣਾ ਚਾਹੀਦਾ, ਤਾਂ ਇਹ ਵੀ ਹੋ ਸਕਦਾ ਵੀ ਇਹ ਲੋਕ ਜਿਹੜਾ ਅੰਦੋਲਨ ਆ ਇਨਕਲਾਬ ਦਾ ਹੀ ਰੂਪ ਧਾਰ ਸੀ। ਠੀਕ ਹੈ ਜੀ। ਲੋਕ ਤੇ ਆਖਰੀ ਆਪਾਂ ਗੱਲਬਾਤ ਵੱਲ ਨੂੰ ਵੱਧ ਰਹੇ ਹਾਂ, ਤੇ ਜਿਸ ਤਰ੍ਹਾਂ ਉਸ ਅੰਦੋਲਨ 'ਚ ਲੋਕਾਂ ਨੇ, ਪੰਜਾਬ ਦਿਆਂ ਨੇ, ਨਿਕਲਿਆਂ ਨੇ, ਬਹੁਤ ਵੱਡੀ ਪੱਧਰ ਤੇ ਹਰਿਆਣੇ ਦੇ ਲੋਕਾਂ ਨੇ, ਉਹਨਾਂ ਨੂੰ ਖਾਣ ਪੀਣ ਦੀਆਂ, ਰਹਿائش ਦੀਆਂ ਲੋੜਾਂ ਮੁਤਾਬਕ, ਈਵਨ ਡਾਕਟਰਾਂ ਦੀਆਂ ਟੀਮਾਂ ਨੇ ਦਵਾਈਆਂ ਤੇ ਲੰਗਰ, ਹਰ ਕਿਸਮ ਦੇ ਦੇਸ਼ ਵਿਦੇਸ਼ ਚੋਂ ਉਸ ਅੰਦੋਲਨ ਨੂੰ ਬਹੁਤ ਵੱਡਾ ਸਮਰਥਨ ਆ ਜਿਹੜਾ ਆਸ ਨਾਲੋਂ ਵੱਧ ਮਿਲਿਆ। ਤੇ ਤੁਸੀਂ ਨੌਜਵਾਨ ਉਮਰ ਤੋਂ, ਕਾਲਜ ਟਾਈਮ ਤੋਂ ਇੱਕ ਪ੍ਰੋਗਰੈਸਿਵ ਵਿਚਾਰਧਾਰਾ ਨਾਲ ਜੁੜੇ ਹੋਏ ਹੋ। ਤੁਸੀਂ ਕਿੰਨੇ ਸਾਲਾਂ ਤੋਂ ਕੈਲਗਰੀ ਕੈਨੇਡਾ ਵਿੱਚ ਰਹਿ ਰਹੇ ਹੋ। ਅੱਜ ਵੀ ਕਿਸਾਨ ਅੰਦੋਲਨ ਨਾਲ ਜਿਵੇਂ ਵੱਡੀ ਲੁਕਾਈ ਦਾ ਸਮਰਥਨ ਆ, ਤੁਸੀਂ ਵੀ ਸਮਰਥਨ ਕੀਤਾ। ਇੱਥੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ ਜਿਵੇਂ ਆਪਾਂ ਕਿਤਾਬਾਂ ਸ਼ੁਰੂ ਕੀਤੀਆਂ ਨੇ, ਤੁਸੀਂ ਉਹਦੀ ਪਹਿਲ ਕਦਮੀ ਕੀਤੀ, ਤਾਂ ਤੁਸੀਂ ਇਹ ਕਿਤਾਬਾਂ ਵਾਲੀ ਗੱਲ ਨੂੰ ਇੰਨੀ ਇੰਪੋਰਟੈਂਸ ਤੇ ਉਹਦੇ 'ਚ 1 ਲੱਖ ਰੁਪਈਆ ਯੋਗਦਾਨ ਤੁਸੀਂ ਪਾਇਆ। ਕੈਲਗਰੀ ਦੇ ਬਹੁਤ ਸਾਰੇ ਲੋਕਾਂ ਨੇ, ਅਸੀਂ ਸੰਸਥਾਵਾਂ ਨੇ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ, ਕਲਾ ਮੰਚ ਨੇ, ਸਿੱਖ ਵਿਰਸੇ ਨੇ, ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਰਗੀਆਂ ਸੰਸਥਾਵਾਂ ਤੋਂ ਇਲਾਵਾ ਬਹੁਤ ਸਾਰੇ ਵਿਅਕਤੀਆਂ ਨੇ ਉਹ 'ਚ ਯੋਗਦਾਨ ਪਾਇਆ। ਤੇ ਆਪਾਂ 2 ਵਾਰੀ ਦਿੱਲੀ ਜਿਹੜੀਆਂ ਕਿਤਾਬਾਂ ਨੇ ਉਹ ਲਗਭਗ 7 ਲੱਖ ਦੇ ਕਰੀਬ ਭੇਜੀਆਂ ਨੇ, ਤੇ ਆਉਣ ਵਾਲੇ ਸਮੇਂ 'ਚ ਅੰਦੋਲਨ ਲੰਬਾ ਚੱਲਣਾ, ਆਪਾਂ ਹੋਰ ਵੀ ਭੇਜਣੀਆਂ ਨੇ। ਇਹਦੇ ਬਾਰੇ ਮੇਰਾ ਤੁਹਾਡੇ ਤੇ ਸੀਗਾ ਵੀ ਤੁਹਾਨੂੰ ਕਿਤਾਬਾਂ ਵਾਲੀ ਗੱਲ ਦਾ ਇਹ ਜਿਹੜੀ ਇੰਪੋਰਟੈਂਸ ਕਿਉਂ ਲੱਗੀ ਜ਼ਿਆਦਾ? ਇਹ ਦੇਖੋ ਜੀ, ਮੈਂ ਇਹ ਦੇਖਦਾ ਵੀ ਆਪਣੇ ਲੋਕ ਲੰਗਰ ਲਈ ਤਾਂ ਬਹੁਤ ਤੰਗ ਕਰ ਦਿੰਦੇ ਨੇ। ਹਾਂਜੀ। ਗੁਰਦੁਆਰਾ ਬਣਾਉਣਾ ਹੋਵੇ ਤਾਂ ਕੋਈ ਘਾਟ ਨਹੀਂ ਰਹਿੰਦੀ। ਹਾਂਜੀ। ਪਰ ਜੇ ਸਕੂਲ ਵੱਲ ਨੂੰ ਜਾਂਦੇ ਆ ਨਾ, ਤੇ ਲੋਕਾਂ ਦਾ ਫਿਰ ਵੀ ਜੇਬ ਘੁੱਟ ਲੈਂਦੇ ਨੇ। ਹਾਂਜੀ। ਤੇ ਵੀ ਇਸ ਪੈਸੇ ਨੂੰ ਪਤਾ ਨਹੀਂ ਕਿਉਂ ਨਹੀਂ ਇਸ ਪਾਸੇ ਸਾਡੀ ਜਨਤਾ ਪੈਸਾ ਲਾ ਰਹੀ। ਨਹੀਂ ਨਾ ਆਪਾਂ ਨੂੰ ਐਜੂਕੇਸ਼ਨ ਦੀ ਘਾਟ ਰਹੇ, ਜੇ ਜਿੰਨਾ ਕੁ ਅਸੀਂ ਖਰਚ ਗੁਰਦੁਆਰਿਆਂ ਤੇ ਕਰ ਲੈਂਦੇ ਆ, ਥੋੜਾ ਜਿਹਾ ਉਹਨਾਂ ਕੁ ਸਕੂਲਾਂ ਤੇ ਵੀ ਕਰੀਏ ਤਾਂ ਨਾ ਸਾਨੂੰ ਹੈਲਥ ਦੀ ਕਮੀ ਰਹੇ, ਨਾ ਸਾਨੂੰ ਐਜੂਕੇਸ਼ਨ ਦੀ ਕਮੀ ਰਹੇ। ਠੀਕ ਹੈ ਜੀ। ਤੇ ਨਾ ਸਾਨੂੰ ਕਿਸੇ ਸਰਕਾਰ ਦੀ ਲੋੜ ਰਹੇ ਵੀ ਸਾਡੀ ਸਰਕਾਰ ਵੱਲ ਝਾਕੀਏ। ਪਰ ਇਹ ਬਦਕਿਸਮਤੀ ਹੈ ਸਾਡੀ, ਇਹ ਘਾਟ ਹੈਗੀ ਐਜੂਕੇਸ਼ਨ ਦੀ। ਠੀਕ ਹੈ ਜੀ। ਉਸੇ ਕਰਕੇ ਮੈਂ ਸੋਚਿਆ ਵੀ ਕਿਤਾਬ ਇਹ ਉੱਥੇ ਇਸ ਵੇਲੇ ਸਭ ਤੋਂ ਵੱਡਾ ਲੰਗਰ ਆ। ਠੀਕ ਹੈ ਜੀ। ਕਿਉਂਕਿ ਲੰਗਰ ਦੀ ਤਾਂ ਉੱਥੇ ਕਮੀ ਰਹਿਣੀ ਕੋਈ ਨਹੀਂ ਸਾਡੇ ਲੋਕਾਂ ਕੋਲ, ਕਿਉਂਕਿ ਪ੍ਰੋਡਿਊਸ ਇਹੀ ਕਰਦੇ ਨੇ। ਹਾਂਜੀ। ਚਾਹੇ 4 ਸਾਲ ਬੈਠੇ ਰਹਿਣ ਜਾਂ 5 ਸਾਲ ਬੈਠੇ ਰਹਿਣ, ਲੰਗਰ ਤਾਂ ਨਹੀਂ ਮੁੱਕਣਾ, ਨਾ ਸਾਡੇ ਗੁਰਦੁਆਰੇ ਦਾ ਲੰਗਰ ਮੁੱਕੇ। ਠੀਕ ਹੈ। ਤੇ ਵੱਡਾ ਮਸਲਾ ਇਹੀ ਆ ਵੀ ਮੈਨੂੰ ਇੱਕ ਮੋਗੇ ਦੇ ਮੁੰਡਿਆਂ ਦਾ, ਮੈਂ ਇੱਕ ਵੀਡੀਓ ਦੇਖੀ, ਉਹ ਕਿਤਾਬਾਂ ਲੈ ਕੇ ਆਏ, ਮੈਨੂੰ ਉਹਨਾਂ ਦੀ ਗੱਲ ਬਹੁਤ ਵਧੀਆ ਲੱਗੀ। ਤੇ ਮੈਂ ਵੀ ਕਿਹਾ ਵੀ ਇਹ ਕੰਮ ਕਰਨਾ ਚਾਹੀਦਾ। ਬਾਕੀ ਅਸੀਂ ਦੂਜੇ ਜੋਗੇ ਤਾਂ ਇੰਨੇ ਹੈ ਨਹੀਂ, ਨਾ ਆਪਣੀ ਇੰਨੀ ਹੈ, ਆਪਾਂ ਸਾਰੇ ਇੱਥੇ ਮਜ਼ਦੂਰ ਹੀ ਆ। ਹਾਂਜੀ। ਮਜ਼ਦੂਰੀ ਕਰਨ ਵਾਲੇ ਹੀ ਆ, ਕੋਈ ਵੱਡੇ ਕੋਈ ਬਿਜ਼ਨਸਮੈਨ ਤਾਂ ਹੈ ਨਹੀਂ। ਠੀਕ ਹੈ। ਬਹੁਤ ਵੱਡਾ ਫੰਡ ਤਾਂ ਕੋਈ ਦੇ ਨਹੀਂ ਸਕਦੇ। ਮਨਜੀਤ ਸਿੰਘ ਜੀ, ਤੁਸੀਂ ਇਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਵੀ ਭਾਰਤੀ ਕਿਸਾਨ ਯੂਨੀਅਨ ਇੱਕ ਤੋਂ ਉਹਦੇ ਕਈ ਗਰੁੱਪ ਕਿੱਦਾਂ ਬਣੇ, ਉਹ ਪਿਛੋਕੜ ਬਾਰੇ, ਇਤਿਹਾਸਕ ਪਿਛੋਕੜ ਬਾਰੇ ਥੋੜੀ ਜਿਹੀ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ ਜੀ, ਸਾਡੀ ਯੂਨੀਅਨ 78-80 ਤੱਕ ਬਹੁਤ ਠੀਕ ਚੱਲਦੀ ਰਹੀ। ਠੀਕ ਹੈ। ਮੈਂ ਵੀ ਸੀ, ਪਰ ਮੈਂ ਥੋੜਾ ਜਿਹਾ ਘਰ ਦੀ ਪਰੇਸ਼ਾਨੀ ਕਰਕੇ ਇਨਐਕਟਿਵ ਹੋ ਗਿਆ, ਘਟ ਗਿਆ ਮੇਰਾ। ਹਾਂਜੀ। ਤੇ ਪ੍ਰਤਾਪ ਸਿੰਘ ਕਾਦੀਆਂ, ਇਹ ਵੀ ਥੋੜੀ ਜਿਹੀ 올ਡ ਏਜ ਕਰਕੇ ਇਹ ਵੀ ਘਟ ਗਏ। ਠੀਕ ਹੈ। ਤੇ ਉਸ ਦੌਰਾਨ ਅਜਮੇਰ ਸਿੰਘ ਲਖਵਾਲ ਯੂਨੀਅਨ ਦਾ ਪ੍ਰਧਾਨ ਬਣ ਗਿਆ। ਉਹਨੇ ਇੱਕ ਤਾਂ ਪੁਰਾਣੀ ਰਵਾਇਤ ਛੱਡਤੀ, ਜਿਵੇਂ ਅਸੀਂ ਹਰੇਕ ਸਾਲ ਪ੍ਰਧਾਨ ਬਦਲਦੇ ਸੀ। ਹਾਂਜੀ। ਤੇ ਇਹ ਛੱਪਾ ਮਾਰ ਕੇ ਬਹਿ ਗਿਆ। ਹਾਂਜੀ। ਆਮ ਆਪਣੇ ਲੋਕਾਂ ਦੀ ਇਹ ਆਦਤ ਆ, ਉਹ ਜ਼ਿਆਦਾ ਟੋਕਦੇ ਨਹੀਂ। ਇੱਕ ਅੱਜ ਕੱਲ ਜਿੰਨੀ ਲੋਕਾਂ ਨੂੰ ਜਾਗਰਤੀ ਹੈ ਨਹੀਂ ਸੀ। ਤੇ ਉਸ ਦੌਰਾਨ ਚ ਇੱਕ ਇਹੋ ਜਿਹਾ ਮੌਕਾ ਆਇਆ ਵੀ ਅਕਾਲੀ ਗੌਰਮਿੰਟ ਨੇ ਜਾਂ ਬਾਦਲ ਨੇ ਖੇਤੀ ਦੇ ਵਿੱਚ IFD, FDI
ਹਾਂਜੀ FDI ਦਾ ਮਤਲਬ ਫੋਰਨ ਡਾਇਰੈਕਟ ਇਨਵੈਸਟਮੈਂਟ ਖੇਤੀ ਚ ਲਿਆਉਣ ਦੀ ਗੱਲ ਚਲਾਈ ਤੇ ਇਹਦੇ ਚ ਅਜਮੇਰ ਸਿੰਘ ਨਾਲ ਰਲ ਗਿਆ। ਮੈਂ ਉਸ ਟਾਈਮ ਗੁਜਰਾਤ ਸੀ, ਅਸੀਂ ਉੱਥੇ ਜ਼ਮੀਨ ਲੈ ਲਈ ਸੀ। ਮੈਨੂੰ ਜਦੋਂ ਖਬਰ ਮਿਲੀ ਮੈਂ ਕਿਹਾ ਵਿਕ ਗਿਆ ਬੰਦਾ। ਇਹ ਅਜਮੇਰ ਸਿੰਘ ਨਾਲ ਸਾਡੇ ਬਹੁਤ ਪੁਰਾਣਾ, ਸਾਡੇ ਨਾਲ ਗਵਰਨਮੈਂਟ ਕਾਲਜ ਪੜ੍ਹਿਆ ਸੀ। ਹਰਭਜਨ ਹਲਵਾਰ ਵੀ, ਪਰਮਿੰਦਰ ਤੇ ਇਹ ਮੈਥਮੈਟਿਕਸ ਦੇ MSc ਤਿੰਨੇ ਜਾਣੇ ਤੇ ਅਸੀਂ ਜੂਨੀਅਰ ਸੀ ਇਹਨਾਂ ਨਾਲੋਂ, ਅਸੀਂ ਗ੍ਰੈਜੂਏਟ BA ਸੀਗੇ ਤੇ ਜਾਣ ਪਛਾਣ ਤਾਂ ਇਹਦੇ ਨਾਲ ਪੁਰਾਣੀ ਸੀ। ਪਰ ਪਹਿਲਾਂ ਤੋਂ ਹੀ ਇਹ ਬੰਦਾ ਮਤਲਬ ਪ੍ਰਸਤੇ ਸੀ ਕਿ ਉਹਦੇ ਕਾਲਜ ਦੇ ਵਿੱਚ ਸਾਡੇ ਸਟ੍ਰਾਈਕ ਚੱਲੀ, ਇਹ ਹਮੇਸ਼ਾ ਪਾਸੇ ਰਿਹਾ ਕਰੇ ਤੇ ਜੇ ਉਹਨੂੰ ਕਹਿਣਾ ਜੇ ਮੇਰੀਆਂ 5-6 ਭੈਣਾਂ ਨੇ, ਮੈਨੂੰ ਕੁਝ ਹੋ ਗਿਆ ਤਾਂ ਫਿਰ ਮੈਂ ਕੀ ਕਰੂੰ, ਮੈਂ ਕਬੀਲਦਾਰ ਬਹੁਤ ਹਾਂ। ਤੇ ਬਸ ਅਸੀਂ ਦੇਖ ਲਿਆ ਸੀ ਇਹ ਬੰਦਾ, ਅਸੀਂ ਤਾਂ ਛੋਟੇ ਜਿਹੜੇ ਜੂਨੀਅਰ ਕਲਾਸਾਂ ਵਾਲੇ ਦਿਨ ਬੁੱਕ ਕਹਿਣ ਲੱਗੇ ਸੀ ਬੁੱਕ ਤੇ ਪਰ ਉਸ ਦੌਰਾਨ ਚ ਇਹ ਥੋੜਾ ਜਿਹਾ ਬੋਲ ਤਾਂ ਲੈਂਦਾ ਸੀ ਸਟੇਜ ਤੇ, ਇੰਨੀ ਗੇਜ ਸੀਗੀ ਤੇ ਇਹਨੂੰ ਮੌਕਾ ਮਿਲ ਗਿਆ ਤੇ ਵੀ ਯੂਨੀਅਨ ਦੇ ਵਿੱਚ ਆ ਗਿਆ ਤੇ ਬੋਲਣ ਚੱਲਣ ਕਰਕੇ ਪ੍ਰਧਾਨ ਬਣ ਗਿਆ। ਉੱਥੇ ਦਾ ਬੰਦਾ ਉਸ ਟਾਈਮ ਲੱਭਦਾ ਨਹੀਂ ਸੀ ਹੁੰਦਾ ਜਿਹੜਾ ਲੀਡ ਕਰ ਸਕੇ। ਇਸ ਤਰ੍ਹਾਂ ਜਿਹੜੀ ਪ੍ਰਧਾਨ ਬਣੇ ਲਖਵਾਲ ਕਾਦੀਆਂ ਤੋਂ ਬਾਅਦ ਇਹ ਹਾਲਤਾਂ ਚ ਕਾਦੀਆਂ ਦਾ ਮੁੰਡਾ ਤਾਂ ਉਸ ਟਾਈਮ ਮਨਜੀਤ ਦਾ ਕੰਮ ਕਰ ਰਿਹਾ ਸੀ ਯੂਨੀਅਨ ਦੇ ਵਿੱਚ। ਪਰ ਉਹ ਇਹਨਾਂ ਨੂੰ ਇਹਨਾਂ ਗੱਲਾਂ ਦੀ ਜ਼ਿਆਦਾ ਸੂਝ ਇਹ ਨਹੀਂ ਸੀ ਆਮ ਲੋਕਾਂ ਨੂੰ ਵੀ FDI ਕੀ ਹੁੰਦੀ ਹੈ ਤੇ ਪਰ ਉਹ ਤਾਂ ਮੈਨੂੰ ਤਾਂ ਹੁਣ ਇਸ ਗੱਲ ਦਾ ਗੁਜਰਾਤ ਚ ਖਬਰ ਮਿਲੀ ਤਾਂ ਮੈਨੂੰ ਪਤਾ ਲੱਗਾ ਵਿਕ ਗਿਆ ਬੰਦਾ, ਪਰ ਇਹ ਫਿਰ ਵੀ ਚੱਲਦਾ ਰਿਹਾ। ਉਸ ਗੱਲ ਤੇ ਜਿਹੜੇ ਹੁਣ ਯੂਨੀਅਨ ਦੇ ਯੂਨਿਟ ਸੀਗੇ, ਸੂਝਵਾਨ ਬੰਦੇ ਸੀ ਉੱਥੇ ਚ, ਉਹ ਗਰਾਹਾਂ ਵੀ ਯੂਨੀਅਨ ਚ ਆ ਚੁੱਕਿਆ ਸੀ ਤੇ ਆਪਣਾ ਖੁੰਡੇ ਵਾਲਾ ਬਾਬਾ ਜੀ ਨੂੰ ਕਹਿੰਦੇ ਇਹ ਵੀ ਆ ਚੁੱਕਿਆ ਸੀ, ਸਮਾਣਿਆ ਰੁਲਦੂ ਸਿੰਘ ਇਹ ਵੀ ਯੂਨੀਅਨ ਚ ਆ ਚੁੱਕਿਆ ਸੀ। ਇਸ ਤਰ੍ਹਾਂ ਕਾਫੀ ਬੰਦੇ ਸੀ ਜਿਹੜੇ, ਬਲਵੀਰ ਸਿੰਘ ਰਾਜੇਵਾਲ ਵੀ ਯੂਨੀਅਨ ਚ ਸੀਗਾ, ਉਹ ਵੀ ਯੂਨੀਅਨ ਦੇ ਵਿੱਚ ਸੀ ਤੇ ਫਿਰ ਇਹ ਉਸ ਦੇ ਵਿੱਚ ਇਹਦੇ ਨਾਲੋਂ ਸਾਰੇ ਇਹਦਾ ਸਾਥ ਛੱਡ ਗਏ ਤੇ ਹੁਣ ਉਹ ਤੁਸੀਂ ਦੇਖਿਆ ਹੀ ਹੋਣਾ ਜਦ ਯੂਨੀਅਨ ਚ ਬੋਲਣ ਗਿਆ ਦਿੱਲੀ ਇਹ ਲੋਕ ਪੈ ਨਿਕਲੇ ਇਹਨੂੰ। ਹੁਣ ਸਾਡਾ ਮੁੰਡਾ ਕੰਮ ਕਰ ਰਿਹਾ ਪ੍ਰਤਾਪ ਸਿੰਘ ਕਾਦੀਆਂ ਦਾ ਪੋਤਾ ਇਸ ਵੇਲੇ ਇਸ ਯੂਨੀਅਨ ਚ ਹੈਗਾ, ਹਰਮੀਤ ਸਿੰਘ, ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇ। ਤੇ ਹੁਣ ਮੈਨੂੰ ਉਹਦੇ ਨਾਲ ਗੱਲ ਨਹੀਂ ਹੋਈ ਪਰ ਅੱਜ ਕੱਲ ਮੁੰਡੇ ਵੈਸੇ ਜ਼ਿਆਦਾ ਸਮਝਦਾਰ ਰੱਖਦੇ ਨੇ। ਉਹਦੀ ਮੈਂ ਇੱਕ ਇੰਟਰਵਿਊ ਸੁਣੀ ਆ, ਉਹਨੇ ਇਸ ਤੇ ਕੋਈ ਕਮੈਂਟ ਨਹੀਂ ਕੀਤਾ, ਮਤਲਬ ਲਖਵਾਲ, ਕਿਉਂਕਿ ਸਾਡੇ ਯੂਨੀਅਨ ਚ ਸਾਡੇ ਪਿੰਡਾਂ ਦਾ ਇਹ ਪਿੰਡਾਂ ਦਾ ਈਵਨ ਸਾਡੇ ਕੋਲ, ਈਵਨ ਸਾਡੇ ਸਕਿਆਂ ਚੋਂ ਆ, ਗਿੱਲਾਂ ਚੋਂ ਆ, ਸਾਡੇ ਨਾਲ ਦੇ ਪਿੰਡ ਚੋਂ ਆਏ ਹੋਏ ਨੇ। ਪਰ ਹੁਣ ਜੇ ਕੋਈ ਜਦ ਬੰਦਾ ਗਲਤ ਹੋ ਜਾਂਦਾ, ਚਾਹੇ ਭਾਈ ਵੀ ਕਿਉਂ ਨਾ ਹੋਵੇ, ਉਹਨੂੰ ਕਹਿਣਾ ਹੀ ਚਾਹੀਦਾ। ਜਿਹੜਾ ਕਰਪਟ ਹੋ ਗਿਆ ਹੁਣ ਇਹਨੇ ਇੱਕ ਸਾਦੇ ਕਿਸਾਨ ਤੋਂ ਲੈ ਕੇ ਹੁਣ ਜੀ ਕੋਲਡ ਸਟੋਰ ਵੀ ਬਣਾ ਲਏ, ਇੰਨਾ ਕੁਛ ਕੀ ਇਹਨੂੰ ਹੁਣ ਬੇਇੱਜ਼ਤੀ ਇਹਦੀ ਇੰਨੀ ਹੋ ਗਈ ਆ ਉੱਥੇ ਕਿ ਇਹਦੀ ਇੱਜ਼ਤ ਕੀ ਕਰੂਗਾ ਪੈਸਾ, ਰੋਟੀ ਦਾ ਹਰੇ ਖਾਈ ਜਾਂਦਾ। ਇਹ ਹਾਲ ਆ ਹੁਣ ਇਹ ਯੂਨੀਅਨ ਦਾ, ਜਿਹੜੀਆਂ ਹੁਣ 25 ਯੂਨੀਅਨ ਬਣ ਗਈਆਂ, ਜੇ ਕੋਈ ਉਹਨਾਂ ਚੋਂ ਇੱਕ ਅੱਧਾ ਖਿਸਕੂਗਾ ਦੂਜੇ ਜਣਿਆਂ ਨੂੰ ਘੇਰ ਤਾਂ ਲੈਂਦੇ ਨੇ। ਮੇਰੇ ਖਿਆਲ ਚ ਹੋਣਾ ਠੀਕ ਆ। ਲੋਕਾਂ ਦਾ ਵੀ ਦਬਾਅ ਵੀ ਵੱਧ ਗਿਆ ਤੇ ਲੋਕਾਂ ਚ ਅੱਗੇ ਨੂੰ ਐਜੂਕੇਸ਼ਨ ਵੀ ਵੱਧ ਗਈ, ਲੋਕਾਂ ਦਾ ਸੂਝ ਵੀ ਵੱਧ ਗਈ। ਹੁਣ ਅੱਜ ਕੱਲ ਤਾਂ ਬੱਚੇ ਜਾਣਦੇ ਆ। ਬਹੁਤ ਧੰਨਵਾਦ ਮਨਜੀਤ ਸਿੰਘ ਗਿੱਲ ਜੀ। ਤੁਸੀਂ ਇਹ ਕਿਸਾਨ ਯੂਨੀਅਨ ਜਿਹੜੀ ਅੱਜ ਏਡੇ ਵੱਡੇ ਰੂਪ ਚ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਲੜਾਈ ਲੜ ਰਹੀ ਆ, ਉਹਨੂੰ ਬਣਾਉਣ ਦੇ ਵਿੱਚ ਬਾਨੀ ਮੈਂਬਰਾਂ ਚੋਂ ਇੱਕੋ। ਇਸ ਗੱਲੋਂ ਸਾਨੂੰ ਕੈਲਗਰੀ ਵਿੱਚ ਵੀ ਤੁਹਾਡੇ ਤੇ ਮਾਣ ਆ ਤੇ ਤੁਸੀਂ ਅੱਜ ਵੀ ਕੈਨੇਡਾ ਦੀ ਧਰਤੀ ਤੇ ਬੈਠੇ ਮਾਨਸਿਕ ਤੌਰ ਤੇ ਹਿੰਦੁਸਤਾਨ ਦੇ ਮਜ਼ਦੂਰਾਂ ਨਾਲ, ਕਿਸਾਨਾਂ ਨਾਲ, ਲੋਕਾਂ ਨਾਲ ਜੁੜੇ ਹੋਏ ਹੋ ਤੇ ਉਹਨਾਂ ਦੀ ਸਹਾਇਤਾ ਕਰ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। Subscribe and click the bell icon for the latest updates and notifications.